कोई सोल्यूशन निकलता है कि ਅਸੀਂ ਇਦਾਂ ਹੀ ਦੇਖਾਂਗੇ ਵਿਚਾਰੇ ਇਸ ਚੋਣਾਂ ਤੋਂ ਪਹਿਲੇ ਮੁਜ਼ਾਹਰੇ ਹੀ ਕਰਦੇ ਰਹਿ ਜਾਣਗੇ। ਹੁਣ ਸਾਡੀ 19000 ਬੱਚਿਆਂ ਦੀ ਭਰਤੀ ਜਿਹੜੀ ਆ ਉਹ ਸਟਕ ਹੋਈ ਆ ਹਾਈ ਕੋਰਟ ਦੇ ਵਿੱਚ। ਇੱਕ 2364 ਆ, ਇੱਕ 6635 ਆ, ਇੱਕ 8393। ਦੈਟ ਕਮਸ ਟੂ ਅਰਾਊਂਡ 19000। ਮੈਨੂੰ ਇਹ ਬੇਸਿਕਲੀ ਸਾਰੇ ਇਕੱਠੇ ਹੋ ਕੇ ਕਹਿ ਦੇਣ ਵੀ ਹਾਂ ਵੀ ਤੁਸੀਂ ਅੱਜ ਦੇ ਰੂਲਾਂ 'ਚ ਭਰਤੀ ਕਰ ਲਓ, ਮੈਂ ਆਉਣ ਵਾਲੇ 10-15-20 ਦਿਨਾਂ 'ਚ ਕਮ ਸੇ ਕਮ ਇਹ ਪ੍ਰੋਸੈਸ ਤਾਂ ਸ਼ੁਰੂ ਕਰ ਦੇਵਾਂ। ਕਿਉਂਕਿ ਜਿਹੜਾ ਕੇਜਰੀਵਾਲ ਸਰਟੀਫਿਕੇਟ ਲੈ ਕੇ ਜਾਂਦਾ ਉਹ ਹੈਗਾ ਬੜਾ ਇਮਾਨਦਾਰੀ ਦਾ ਸਰਟੀਫਿਕੇਟ, ਬਾਕੀ ਸਾਰੇ ਠੱਗ ਚੋਰ। ਅੱਛਾ, ਜਿਹੜੀ ਬੀਜੇਪੀ ਆ ਉਹ ਜੇ ਉਹ ਕੋਈ ਗੱਲ ਕਰੇ ਤਾਂ ਉਹ ਦੇਸ਼ ਪ੍ਰੇਮੀ, ਬਾਕੀ ਸਾਰੇ ਦੇਸ਼ ਧਰੋਹੀ। ਮੈਂ ਸੋਚ ਰਿਹਾ ਸੀ ਵੀ ਸਾਡੇ ਕੁਛ ਐਜੂਕੇਸ਼ਨਿਸਟ ਬੈਠਣਗੇ, ਕੁਛ ਉਹਨਾਂ ਦੇ ਐਜੂਕੇਸ਼ਨਿਸਟ ਬੈਠਣਗੇ ਤਾਂ ਦੇ ਵਿਲ ਡਿਸਕਸ ਇਸ। ਅੱਛਾ, ਮੈਂ ਕੋਈ ਬਾਥਰੂਮ ਜਾ ਕੇ ਦੇਖਣ ਲੱਗ ਪਵਾਂ, ਮੈਂ ਉਹਨਾਂ ਦੇ ਦਿੱਲੀ ਜਾ ਕੇ ਜਿੰਨੇ ਮਰਜ਼ੀ ਬਾਥਰੂਮ ਬੰਦੇ ਤੋਂ ਹੜ ਦੇਣਾ। ਮਤਲਬ ਇਹ ਤਾਂ ਘਟੀਆ ਜੀ ਰਾਜਨੀਤੀ ਦੀ ਗੱਲ ਕਰਨ ਲੱਗ ਪਏ। मैं चमकौर साहब दी रहने वाली हां। बरखा मेरा नाम है, लड़की है चमकौर साहब दी। ਅਸੀਂ 80-90 ਸਾਲ ਦੇ ਉਰੇ ਬੈਠੇ ਹਾਂ ਨਦੀ ਦੇ ਵਿੱਚ। ਨਦੀ ਅਸੀਂ ਸਾਫ਼ ਕਰਕੇ ਬੈਠੇ ਹਾਂ। ਅਸੀਂ ਗਰੀਬ ਬੰਦੇ ਆ, ਕਵਾੜੀਆਂ ਦੇ ਮੋਚੀ ਬੰਦੇ ਆ ਜੀ। ਇੱਥੇ ਰਹਿੰਦੇ ਆ ਘੱਟ ਤੋਂ ਘੱਟ 40-50 ਸਾਲ ਦੇ ਅਸੀਂ ਰਹਿੰਦੇ ਆ ਜੀ। 50 ਸਾਲ ਪਹਿਲਾਂ ਸਾਡੇ ਬਜ਼ੁਰਗ ਆਏ ਤੇ ਉਰੇ, ਉਹਨਾਂ ਨੇ ਛੋਟੀ ਛੋਟੀ ਝੋਪੜੀਆਂ ਪਾਈਆਂ, ਫਿਰ ਉਸ ਤੋਂ ਬਾਅਦ ਮਕਾਨ ਬਣਾਏ ਸਾਡੇ ਦਾਦੇ ਬਾਪਿਆਂ ਨੇ। ਤੇ ਮਕਾਨਾਂ ਤੇ ਅਸੀਂ ਥੋੜ੍ਹੇ ਜਿਹੇ ਪੈਸੇ ਲਾਏ ਉੱਪਰ। ਹੋਰ ਪੈਸੇ ਲਾਉਣ ਤੋਂ ਬਾਅਦ ਸਾਨੂੰ ਡਰ ਬੜਾ ਹੁੰਦਾ ਸੀ। ਸਾਨੂੰ ਡਰ ਇੰਨਾ ਹੁੰਦਾ ਸੀ ਵੀ ਸਾਡੇ ਮਕਾਨ ਪਤਾ ਨਹੀਂ ਕਦ ਪਟ ਦੇਣਗੇ ਲੋਕ। ਪਹਿਲਾਂ ਸਾਡੇ ਕੱਚੇ ਮਕਾਨ ਸੀ, ਹੁਣ ਪੱਕੇ ਵੀ ਹੋ ਗਏ, ਲੈਂਟਰ ਪੈ ਗਏ। ਬਹੁਤ ਵਧੀਆ ਕੀਤਾ ਜੋ ਸਾਨੂੰ ਤੁਸੀਂ ਇਹ ਧਰਤੀ ਦੇ ਦਿੱਤੀ। ਇਹ ਤੁਸੀਂ ਡਿਟਰੀ ਬਣਾਤੀਆਂ। ਜੇ ਸਾਨੂੰ ਇੱਥੇ ਤੇ ਕੋਈ ਚੱਕ ਦਿੰਦਾ ਅਸੀਂ ਕਿੱਥੇ ਜਾਂਦੇ। ਸਾਡੀ ਇਹ ਸਰਕਾਰੀ ਜਗ੍ਹਾ ਹੁੰਦੀ ਸੀ ਜੀ। ਜਦ ਤੇ ਚੰਨੀ ਸਾਹਿਬ ਆਏ ਸਾਨੂੰ ਪੱਕੀ ਰਜਿਸਟਰੀਆਂ ਬਣਾ ਕੇ ਦੇ ਦਿੱਤੀਆਂ ਜੀ। ਹੁਣ ਸਾਡੇ ਪੱਕੇ ਘਰ ਮਕਾਨ ਹੋ ਗਏ, ਸਾਨੂੰ ਬਹੁਤ ਖੁਸ਼ੀ ਹੈ। ਪਹਿਲਾਂ ਸਾਡੀ ਕੁੱਲੀਆਂ ਹੁੰਦੀਆਂ ਸੀ, ਪਹਿਲਾਂ ਸਾਨੂੰ ਡਰ ਹੁੰਦਾ ਸੀ ਅਸੀਂ ਵੀ ਕਿੱਥੇ ਸਾਡੀ ਸਰਕਾਰ ਥਾਂ ਖੋ ਸਕਦੀ ਹੈ। ਜਦ ਤੇ ਸਾਡਾ ਚੰਨੀ ਸਾਹਿਬ ਆਏ ਸਾਡੀ ਰਜਿਸਟਰੀਆਂ ਬਣਾਤੀਆਂ ਜੀ, ਸਾਡੇ ਪੱਕੇ ਥਾਂ ਮੰਗਾਤੇ ਜੀ। ਚਲੋ ਜਦ ਦੇ ਚੰਨੀ ਸਾਹਿਬ ਆਏ ਨੇ ਸਾਡੀ ਜ਼ਮੀਨ ਸਾਡੇ ਨਾਮੇ ਹੋ ਗਈ। ਹੁਣ ਅਸੀਂ ਆਪਣਾ ਮਕਾਨ ਘਰ-ਬਾਰ ਚੰਗਾ ਪਾ ਸਕਦੇ ਹਾਂ। ਚੰਨੀ ਸਾਹਿਬ ਦਾ ਮਹਾਰਾਜ ਬਹੁਤ ਬਹੁਤ ਧੰਨਵਾਦ ਹੈ। ਚੰਨੀ ਸਾਹਿਬ ਦਾ ਅਸੀਂ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ। ਅਸੀਂ ਚੰਨੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ। ਚੰਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਹਾਰਾਜ ਤੇਰੀ ਬਹਿਜਾ ਹੀ ਹੋਵੇ, ਮਹਾਰਾਜ ਤੈਨੂੰ ਕਦੇ ਨਾ ਕਮੀ ਆਵੇ। ਨਵੇਂ ਸੁਪਨੇ, ਨਵਾਂ ਸਵੇਰਾ, ਆਪਣਾ ਘਰ, ਆਪਣਾ ਬਸੇਰਾ। ਪੇ ਸਕੇਲ ਹੈ ਜਿਹੜਾ ਕਹਿੰਦੇ ਆਲਰੇਡੀ ਅਸੀਂ ਕਹਿੰਦੇ ਸਰਕਾਰੀ ਜਿਹੜਾ ਪੇ ਸਕੇਲ ਬਹੁਤ ਆਇਆ ਹੈ, ਉਹ ਤੁਸੀਂ ਕਹਿੰਦੇ UGC ਵੀ ਲਾਗੂ ਕਰੋ, ਉਹ ਹੋ ਸਕਦਾ ਹੈ। ਇੱਕ ਉਹਨਾਂ ਦਾ ਕਹਿੰਦਾ ਵੀ ਮੈਂ ਆਪਣੇ ਟੀਚਰ ਨੂੰ ਟ੍ਰੇਨਿੰਗ ਕਰਾਈ ਹੈ, ਮੈਂ ਉਹਨਾਂ ਨੂੰ ਬਾਹਰ ਭੇਜਿਆ। ਆਪਾਂ ਆਪਣੀ ਟੀਚਰ ਨੂੰ ਕਦੇ ਕੋਈ ਟ੍ਰੇਨਿੰਗ ਨਹੀਂ ਕਰਾਈ। ਬਿਲਕੁਲ ਕਰਾਈ। ਅਸੀਂ ਤਾਂ ਕੈਨੇਡਾ ਵੀ ਕਰਾਈ ਹੈ, ISB ਦੇ ਵਿੱਚ ਵੀ ਕਰਾਈ ਹੈ। ਅਸੀਂ ਇਹ PGI ਸਕੋਰ ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ 23rd ਸੀਗੇ, ਅੱਜ ਅਸੀਂ ਨੰਬਰ 1 ਤੇ ਹਾਂ। ਆਪ ਵਾਲੇ ਦਿੱਲੀ ਦੇ ਵਿੱਚ ਚੌਥੇ ਸੀਗੇ, ਉਹ 6ਵੇਂ ਤੇ ਚਲੇ ਗਏ। ਕਿਉਂਕਿ ਬਹੁਤੇ ਬੰਦੇ ਤਾਂ ਕ੍ਰਿਬ ਕਰੀ ਜਾਂਦੇ ਆ ਵੀ ਦੇਖੋ ਜੀ ਇੱਦਾਂ ਹੋ ਗਿਆ ਜੀ, ਇੱਦਾਂ ਹੋ ਜਾਊਗਾ ਜੀ। ਨਾ, ਜਿਹੜੀ ਚੀਜ਼ ਹੋ ਸਕਦੀ ਆ ਉਹ ਕਿਉਂ ਨਹੀਂ ਹੋ ਸਕਦੀ। ਕੇਜਰੀਵਾਲ ਜੀ ਤੇ ਤਾਂ ਪੰਜਾਬੀ ਬੈਨ ਕਰਤੀ ਸੀ ਦਿੱਲੀ ਪਿੱਛੇ ਜੇ। 19000 ਦੇ ਵਿੱਚੋਂ ਅਸੀਂ 14000 ਸਮਾਰਟ ਸਕੂਲ 14,000 ਸਮਾਰਟ 14000 ਹੈਗੇ ਆ, ਲੇਕਿਨ 5000 ਯੈਸ ਵੀ ਆਰ ਇਨ ਏ ਪ੍ਰੋਸੈਸ। ਕਈ ਜਗ੍ਹਾ ਤੇ ਤਾਂ ਇੱਥੋਂ ਤੱਕ ਵੀ ਹੈਗਾ ਕਿ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਸ਼ਾਇਦ ਉਹਦੇ ਵਿੱਚ ਇਹੋ ਜਿਹਾ ਕੰਪਲੈਕਸ ਪੈਦਾ ਕੀਤਾ ਜਾਂਦਾ ਵੀ ਸ਼ਾਇਦ ਪੰਜਾਬੀ ਕੋਈ ਘਟੀਆ ਜ਼ੁਬਾਨ ਹੈ। ਮੰਨ ਲਓ ਹੁਣ ਇੱਕ ਪਾਸੇ B.Ed ਵਾਲੇ ਆ, ਇੱਕ ਪਾਸੇ ਟੈਟ ਵਾਲੇ ਆ। ਅੱਛਾ, ਮੈਂ ਤਾਂ ਕਹਿੰਦਾ ਤੁਸੀਂ ਬਹਿ ਜਾਓ, ਸਾਰੇ ਬਹਿ ਕੇ ਜੋ ਅੱਜ ਦੇ ਰੂਲ ਆ ਹਰ ਕੈਟਾਗਰੀ ਦੇ ਵਿੱਚ ਮੈਂ ਉਹ ਕਰਨ ਨੂੰ ਤਿਆਰ ਹਾਂ। ਪ੍ਰਿੰਸੀਪਲ ਤੱਕ ਮਿਲ ਗਈਆਂ ਸਕੂਲਾਂ ਵਿੱਚ, ਉਹ ਪ੍ਰਿੰਸੀਪਲ ਕਿਉਂ ਨਹੀਂ ਸੀ ਹਾਇਰ ਕਰ ਰਹੇ? ਕਿਹੜੇ ਸਕੂਲ? ਉਹ ਜੋ ਕੇਜਰੀਵਾਲ ਐਕਚੁਅਲੀ ਬਹੁਤ ਥੋੜ੍ਹੇ। ਕੇਜਰੀਵਾਲ ਦੇ ਤਾਂ 1000 ਦੇ ਵਿੱਚੋਂ 840 ਦੇ ਵਿੱਚ ਪ੍ਰਿੰਸੀਪਲ ਹੈ ਨਹੀਂ। ਅਸੀਂ 4 ਸੜਕਾਂ ਘੱਟ ਬਣਾ ਲਈਏ, 4 ਪੁਲ ਘੱਟ ਬਣਾ ਲਈਏ, ਦੂਰੋਂ ਘੁੰਮ ਕੇ ਆ ਜਾਵਾਂਗੇ, ਕੀ ਹੋ ਚੱਲਿਆ। ਲੇਕਿਨ ਜੇ ਸਾਡਾ ਬੱਚਾ, ਜਿਹੜੀ ਸਾਡੀ ਆਉਣ ਵਾਲੀ ਹਿਊਮਨ ਰਿਸੋਰਸਿਸ ਆ, ਜੇ ਉਹਨੂੰ ਸਮੇਂ ਦਾ ਹਾਣੀ ਨਾ ਬਣਾ ਸਕੇ ਦੈਨ ਅਲਟੀਮੇਟਲੀ ਵੇਅਰ ਵੀ ਸਟੈਂਡ। ਅੱਜ ਵਿਵਾਦ ਚੱਲ ਰਿਹਾ ਹੈ ਕਿ ਕਿਹੜੇ ਸਕੂਲ ਬਿਹਤਰ ਨੇ, ਦਿੱਲੀ ਦੇ ਜਾਂ ਪੰਜਾਬ ਦੇ, ਕਿਹੜਾ ਮਾਡਲ ਬੈਟਰ ਹੈਗਾ। ਵੈਸੇ ਤਾਂ ਦੋਨਾਂ ਮਾਡਲਾਂ ਨੂੰ ਅਸੀਂ ਮੁਕਾਬਲੇ ਵਿੱਚ ਨਹੀਂ ਲੈ ਸਕਦੇ ਕਿਉਂਕਿ ਦਿੱਲੀ ਇੱਕ ਛੋਟੀ ਜਿਹੀ ਸਟੇਟ ਹੈਗੀ ਔਰ ਪੰਜਾਬ ਤੇ ਇੱਕ ਵੱਡਾ ਸੂਬਾ ਹੈ। ਸੋ ਜਦ ਗਿਣਤੀ ਵੀ ਕਰਦੇ ਹਾਂ, ਜੋ ਮੁਕਾਬਲਾ ਵੀ ਕਰਦੇ ਹਾਂ, ਉਹਨਾਂ ਨੂੰ ਕਰ ਨਹੀਂ ਸਕਦੇ। ਇੱਕ ਰਾਜਧਾਨੀ ਹੈ ਔਰ ਇੱਕ ਸੂਬਾ ਹੈ, ਇੱਕ ਵਿੱਚ ਪਿੰਡਾਂ ਦੀ ਗੱਲ ਹੁੰਦੀ ਹੈ, ਦੂਜੇ ਵਿੱਚ ਸ਼ਹਿਰਾਂ ਦੀ ਗੱਲ ਹੁੰਦੀ ਹੈ। ਸੋ ਮੁਕਾਬਲਾ ਨਹੀਂ ਕਰ ਸਕਦੇ, ਪਰ ਫਿਰ ਵੀ ਕਿਉਂਕਿ ਇਹ ਚੁਣੌਤੀ ਦਿੱਤੀ ਗਈ ਹੈ ਤਾਂ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ ਸਰਦਾਰ ਪ੍ਰਗਟ ਸਿੰਘ, ਉਹਨਾਂ ਨੇ ਕਿਹਾ ਹੈ ਕਿ ਮੈਂ ਇਸ ਚੁਣੌਤੀ ਨੂੰ ਸਵੀਕਾਰਦੇ ਹਾਂ। ਅਤੇ ਅੱਜ ਅਸੀਂ ਸਮਾਰਟ ਸਕੂਲ ਮਾਜਰੀ ਵਿੱਚ ਆਏ ਹਾਂ, ਜਿੱਥੇ ਅਸੀਂ ਚੈੱਕ ਕਰਾਂਗੇ ਕਿ ਇੱਥੇ ਦੇ ਜਿਹੜੇ ਛੋਟੇ ਪਿੰਡਾਂ ਦੇ ਸਮਾਰਟ ਸਕੂਲ ਉਹਨਾਂ ਦਾ ਕੀ ਹਾਲ ਹੈਗਾ। ਸਤਿ ਸ਼੍ਰੀ ਅਕਾਲ ਸਰ, ਆਪਣੇ ਸਕੂਲ ਵਿੱਚ ਸਾਨੂੰ ਬੁਲਾਉਣ ਲਈ ਬਹੁਤ ਬਹੁਤ ਧੰਨਵਾਦ। ਵੈਲਕਮ ਜੀ।
ਮੈਂ ਉਹੀ ਜਿਵੇਂ ਕਹਿ ਰਹੀ ਕਿ ਮੁਕਾਬਲਾ ਅਸੀਂ ਕਰ ਰਹੇ ਹਾਂ ਰਾਜਧਾਨੀ ਤੇ ਇੱਕ ਸੂਬੇ ਦਾ, ਸੂਬੇ ਵਿੱਚ ਕਿੰਨੇ ਪਿੰਡ ਹੁੰਦੇ, ਮੁਕਾਬਲਾ ਹੋਣਾ ਨਹੀਂ ਚਾਹੀਦਾ, ਪਰ ਤੁਸੀਂ ਚੁਣੌਤੀ ਲੈ ਲਈ ਹੈ ਤੇ ਅਸੀਂ ਅੱਜ ਮੁਕਾਬਲੇ ਲਈ ਆ ਗਏ ਹਾਂ ਕਿ ਵੀ ਇੱਥੇ ਦੇ ਸਮਾਰਟ ਸਕੂਲ ਤੇ ਦਿੱਲੀ ਦੇ ਸਮਾਰਟ ਸਕੂਲਾਂ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਸ ਮਤਲਬ ਮਿਲਾਪ ਵੀ ਹੋ ਸਕਦਾ ਤੇ ਅੰਤਰ ਵੀ ਹੋ ਸਕਦਾ ਹੈਗਾ। ਨਹੀਂ ਦੇਖੋ, ਵੈਸੇ ਤਾਂ ਇੱਕ ਮੈਟਰੋਪੋਲੀਟਨ ਸਿਟੀ ਨੂੰ ਇੱਕ ਸੂਬੇ ਨਾਲ, ਕਿਉਂਕਿ ਉਹ ਮਿਊਨਿਸਪੈਲਿਟੀ ਹੈ ਬਿਲਕੁਲ, ਔਰ ਉਹ ਵੀ ਮੈਟਰੋਪੋਲੀਟਨ ਸਿਟੀ ਦੀ ਮਿਊਨਿਸਪੈਲਿਟੀ, ਬਟ ਐਟ ਦਾ ਸੇਮ ਟਾਈਮ ਜੇ ਇਹਦੇ ਪੈਰਾਮੀਟਰਸ ਹੈਗੇ ਆ, ਐਕਚੁਅਲੀ ਮੈਂ ਸੋਚ ਰਿਹਾ ਸੀਗਾ ਕਿ ਜਿਹੜੀ ਕੇਜਰੀਵਾਲ ਜੀ ਔਰ ਸਿਸੋਦੀਆ ਜੀ ਇੱਕ ਨਵੇਂ ਤਰ੍ਹਾਂ ਦੀ ਰਾਜਨੀਤੀ ਕਰਨਗੇ ਜਿਹਦੇ ਵਿੱਚ ਇਹ ਇਸ ਫੀਲਡ ਦੇ ਇੰਟੈਲੈਕਚੁਅਲਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਡਿਸਕਸ਼ਨ ਹੋਊਗੀ। ਅਨਫੋਰਚੂਨੇਟਲੀ ਉਹ ਇਹੋ ਜਿਹੀ ਪੋਲਿਟਿਕਸ ਮੈਨੂੰ ਲੱਗਦਾ ਵੀ ਉਹ ਜਿਹੜੀ ਪਹਿਲਾਂ ਨਾਲੋਂ ਵੀ ਕਿਤੇ ਨਾ ਕਿਤੇ ਪਿੱਛੇ ਨੂੰ ਜਾਣ ਡਏ ਹੈਗੇ ਆ। ਤੁਸੀਂ ਬੜੇ ਟੀਮ ਪਲੇਅਰ ਹੈਗੇ ਹੋ, ਸ਼ਾਂਤ ਰਹਿੰਦੇ ਹੋ ਤੇ ਬੜੀ ਮਿਲ ਕੇ ਗੱਲ ਕਰਨ ਵਾਲੀ ਹੈ, ਬੜੇ ਪੋਲਿਟਿਕਸ ਬੜੀ ਵੱਖਰੀ ਹੈ, ਇਹ ਤੁਹਾਡੀ ਹਾਕੀ ਵਾਂਗ ਟੀਮ ਪਲੇਅਰ ਵਾਂਗ ਨਹੀਂ ਹੈ। ਇੱਥੇ ਤੇ ਹਰ ਜਿਹਨੇ ਚਮਕਣਾ ਉਹਨੇ ਅੱਗੇ ਆ ਕੇ ਦੱਸਣਾ ਵੀ ਤੂੰ ਨੀਵਾਂ ਮੈਂ ਉੱਚਾ। ਨਹੀਂ, ਪਰ ਨਿਮਰਤ ਜੀ ਬੇਸਿਕਲੀ ਦੇਖੋ ਅਸੀਂ ਦੇਖੋ ਮੈਂ ਤਾਂ ਨਹੀਂ ਅੱਜ ਤੱਕ, ਮੈਨੂੰ ਵੀ 9.5 ਪੌਣੇ 10 ਸਾਲ ਹੋ ਗਏ ਵੀ ਮੈਂ ਜਿਹੜੀ ਗੱਲ ਠੀਕ ਹੈ ਉਹ ਠੀਕ ਹੈਗੀ ਆ। ਮੇਰੇ ਵਾਰੀ ਕਈ ਵਾਰੀ ਆਪਣੀ ਸਰਕਾਰ ਨਾਲ ਵੀ ਡਿਫਰੈਂਸ ਆਫ ਓਪੀਨੀਅਨ ਹੋ ਜਾਂਦੇ ਆ, ਬਟ ਐਟ ਦਾ ਸੇਮ ਟਾਈਮ ਜੇ ਅਸੀਂ ਗੱਲ ਠੀਕ ਨਹੀਂ ਕਰਾਂਗੇ ਤਾਂ ਐਂਡ ਆਫ ਦਾ ਡੇ ਫਿਰ ਅਸੀਂ ਇਹ ਕੀ ਕਰਨ ਲੱਗੇ ਆ, ਕਿਉਂਕਿ ਇਹ 4 ਦਿਨ ਦੀ ਸੁਰਖੀ ਤਾਂ ਬਣ ਸਕਦੀ ਆ, ਬਟ ਇਹ ਜਿਹੜਾ ਐਜੂਕੇਸ਼ਨ ਹੈ ਇਹ ਸਾਡੇ ਬੱਚਿਆਂ ਦਾ ਭਵਿੱਖ ਹੈ। ਬਿਲਕੁਲ। ਔਰ ਅਸੀਂ ਜਿਹੜਾ ਆਪਣਾ ਹਿਊਮਨ ਰਿਸੋਰਸਿਸ ਆ ਉਹਨੂੰ ਕਿਹੋ ਜਿਹਾ ਬਣਾ ਰਹੇ ਹਾਂ, ਉਹਨੂੰ ਸਮੇਂ ਦਾ ਹਾਣੀ ਬਣਾ ਰਹੇ ਹਾਂ, ਉਹਨੂੰ ਉਹ ਪੈਰਾਮੀਟਰਸ ਤੱਕ ਲਿਜਾ ਕੇ ਜਾ ਰਹੇ ਆ ਜਿਹੜੇ ਪੈਰਾਮੀਟਰ ਸਾਨੂੰ ਚਾਹੀਦੇ ਹੈਗੇ। ਆਲਦੋ ਮੈਂ ਨਹੀਂ ਕਹਿੰਦਾ ਸਾਡਾ ਸੂਬਾ ਹੈਗਾ, ਸੂਬੇ ਦੇ ਵਿੱਚ ਮਤਲਬ ਨਿਮਰਤ ਜੀ ਕਈ ਇਹੋ ਜਿਹੇ ਸਕੂਲ ਵੀ ਹੈਗੇ ਆ। ਮੈਂ ਇੱਕ ਵਾਰੀ ਭੋਆ ਏਰੀਏ 'ਚ ਗਿਆ ਸੀ ਔਰ ਉੱਥੇ ਬੇੜੀਆਂ ਵਾਲੇ ਪੁਲ ਤੋਂ ਜਾਣਾ ਪੈਂਦਾ, ਲੇਕਿਨ ਉੱਥੇ ਵੀ ਟੀਚਰ ਹੈਗੇ ਆ, ਕਿਉਂਕਿ ਸਾਡੀ ਜਿਹੜੀ ਆਨਲਾਈਨ ਪਾਲਿਸੀ ਆ ਜਾਂ ਜਿਹੜਾ ਸਾਡਾ ਜਿਹੜਾ ਬਾਰਡਰ ਏਰੀਏ ਲਈ ਕੈਡਰ ਅਲੱਗ ਬਣਿਆ ਹੈਗਾ। ਸੋ ਐਕਚੁਅਲੀ ਕੰਮ ਹੋਇਆ ਪਿਛਲੇ ਸਮੇਂ ਦੇ ਵਿੱਚ। ਆਲਦੋ ਤੁਸੀਂ ਸਰਕਾਰ ਨਾਲ ਕਾਫੀ, ਤੁਸੀਂ ਜਿਹੜੀ ਪਿਛਲੀ ਸਰਕਾਰ ਦੀ ਤੁਸੀਂ ਕਾਫੀ ਆਲੋਚਨਾ ਵੀ ਕੀਤੀ, ਕੰਮ ਨਹੀਂ ਹੋ ਰਿਹਾ, ਪਰ ਤੁਸੀਂ ਸਕੂਲਾਂ ਨੂੰ ਸੰਭਾਲਿਆ, ਹੁਣ ਤੁਸੀਂ ਮੰਨਦੇ ਹੋ ਕਿ ਇੱਥੇ ਕੰਮ ਹੋਇਆ? ਨਹੀਂ, ਡੈਫੀਨੇਟਲੀ ਦੇਖੋ ਕੈਪਟਨ ਅਮਰਿੰਦਰ ਸਿੰਘ ਨਾਲ ਮੇਰੇ ਡਿਫਰੈਂਸ ਆਫ ਓਪੀਨੀਅਨ ਹੈਗੀ ਆ, ਕਈ ਇਸ਼ੂਜ਼ ਤੇ ਹੈਗੀ ਆ, ਬਟ ਐਟ ਦਾ ਸੇਮ ਟਾਈਮ ਇਸ ਕੰਮ ਨੂੰ ਉਹਨਾਂ ਨੇ ਬੈਕਅਪ ਕੀਤਾ। ਅੱਛਾ, ਸੋ ਇਸ ਫੀਲਡ ਵਿੱਚ ਹਾਂ ਡੈਫੀਨੇਟਲੀ ਮੈਂ, ਕਿਉਂਕਿ ਮੈਨੂੰ ਲੱਗਦਾ ਜਿੰਨਾ ਐਜੂਕੇਸ਼ਨ ਤੇ ਕੰਮ ਪਿਛਲੇ ਸਮੇਂ ਦੇ ਵਿੱਚ ਹੋਇਆ, ਦੇਖੋ ਅਸੀਂ ਇਹ PGI ਸਕੋਰ ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ 23rd ਸੀਗੇ ਜੀ, ਅੱਜ ਅਸੀਂ ਨੰਬਰ 1 ਤੇ ਆ। ਆਪ ਵਾਲੇ ਦਿੱਲੀ ਦੇ ਵਿੱਚ 4ਥੇ ਸੀਗੇ, ਉਹ 6ਵੇਂ ਤੇ ਚਲੇ ਗਏ। ਹੁਣ ਇਹ ਰੌਲਾ ਕੀ ਪਾਉਂਦੇ ਆ, ਮਤਲਬ ਜਿਹੜੀ ਉਸ ਤਰ੍ਹਾਂ ਦੀ ਸੋਚ ਆ, ਇਹ ਕਹਿੰਦੇ ਆ ਕਿ ਦੇਖੋ ਜੀ ਉਹ ਤਾਂ ਜੀ PGI ਸਕੋਰ ਤਾਂ ਠੀਕ ਹੀ ਹੈ, ਮਤਲਬ ਜਿਹੜੀ ਗੱਲ ਅਸਲੀ ਗੱਲ ਹੈ ਬਿਕੋਜ਼ ਜੇ ਸਕੋਰ ਕਿਸੇ ਦੇ ਹੱਥ ਵਿੱਚ ਹੈ ਉਹ ਭਾਜਪਾ ਦੇ ਹੱਥ ਵਿੱਚ ਹੈ, ਭਾਜਪਾ ਨਾ ਤੁਹਾਨੂੰ ਪਸੰਦ ਕਰਦੀ ਨਾ ਆਪ ਨੂੰ ਪਸੰਦ ਕਰਦੀ ਹੈ। ਲਿਟਰਲੀ ਗਵਰਨਮੈਂਟ ਆਫ ਇੰਡੀਆ ਦੀ ਗੱਲ ਹੈ। ਨਹੀਂ, ਮੈਂ ਉਦਾਂ ਹੀ ਕਹਿ ਰਹੀ ਹਾਂ ਬਿਕੋਜ਼ ਜੇ ਗਵਰਨਮੈਂਟ ਆਫ ਇੰਡੀਆ ਜੇ ਕਰੇ ਕਿ ਦੋਨਾਂ ਨਾਲ ਹੀ ਐਕਚੁਅਲੀ ਇਹਨਾਂ ਦੀ ਪ੍ਰੋਬਲਮ ਪਤਾ ਕੀ ਆ, ਦੋਨਾਂ ਦੀ ਹੋਈ, ਕਿਉਂਕਿ ਜਿਹੜਾ ਕੇਜਰੀਵਾਲ ਸਰਟੀਫਿਕੇਟ ਲੈ ਕੇ ਜਾਂਦਾ ਉਹ ਹੈਗਾ ਬੜਾ ਇਮਾਨਦਾਰੀ ਦਾ ਸਰਟੀਫਿਕੇਟ, ਬਾਕੀ ਸਾਰੇ ਠੱਗ ਚੋਰ। ਅੱਛਾ, ਜਿਹੜੀ BJP ਆ ਉਹ ਜੇ ਉਹ ਕੋਈ ਗੱਲ ਕਰੇ ਤਾਂ ਉਹ ਦੇਸ਼ ਪ੍ਰੇਮੀ, ਬਾਕੀ ਸਾਰੇ ਦੇਸ਼ ਧਰੋਹੀ। ਮਤਲਬ ਇਹਨਾਂ ਨੇ ਬੇਸਿਕਲੀ ਆਪਣੀ ਬ੍ਰਾਂਡਿੰਗ ਇੱਦਾਂ ਦੀ ਬਣਾ ਲਈ ਆ ਜਾਂ ਇੱਦਾਂ ਦੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਆ, ਜਦ ਕਿ ਮੈਂ ਕਹਿੰਦਾ ਵੀ ਦੇਖੋ ਸਮੇਂ-ਸਮੇਂ 'ਤੇ ਨਿਮਰਤ ਜੀ ਕਈ ਚੀਜ਼ਾਂ ਚੰਗੀਆਂ ਵੀ ਹੋਈਆਂ, ਕਈ ਮਾੜੀਆਂ ਵੀ। ਸਾਨੂੰ ਪੋਲਿਟਿਕਸ ਦੇ ਵਿੱਚ ਵੀ ਚੰਗੀ ਚੀਜ਼ ਦੀ ਸਲਾਹਨਾ ਕਰਨੀ ਚਾਹੀਦੀ ਆ, ਮਾੜੀ ਚੀਜ਼ ਨੂੰ ਨਕਾਰਨਾ ਚਾਹੀਦਾ ਜੀ। ਜਦ ਮੈਂ ਦਿੱਲੀ ਦੇ ਸਕੂਲ ਗਈ ਮੈਨੂੰ ਕਈ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ, ਐਂਡ ਜੋ ਬਣਾ ਰਹੇ ਸੀ ਉਹ ਆਕਸਫੋਰਡ ਤੋਂ ਪਰੇ ਹੋਏ ਤਾਂ ਮੈਨੂੰ ਤਾਂ ਲੱਗਦਾ ਉਹ ਪਾਲਿਸੀ ਬਣਾ ਕੇ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੀਦੀ, ਜਿੱਥੇ ਜਿੱਥੇ ਵੱਡੇ ਸ਼ਹਿਰ ਹੈ ਉੱਥੇ ਜ਼ਰੂਰ। ਨਹੀਂ, ਡੈਫੀਨੇਟਲੀ ਕਿਉਂ ਨਹੀਂ। ਦੇਖੋ ਇੱਕ ਵੈਸੇ ਵੀ ਮੰਨ ਲਓ ਹੁਣ ਚੰਡੀਗੜ੍ਹ 'ਚ ਸਾਰੇ ਬਿਊਰੋਕਰੈਟਸ ਰਹਿੰਦੇ ਆ, ਉਸ ਤਰ੍ਹਾਂ ਦੇ ਲੋਕ ਰਹਿੰਦੇ ਆ ਜਿਸ ਤਰ੍ਹਾਂ ਦੇ ਉਹਨਾਂ ਨੂੰ ਐਜੂਕੇਸ਼ਨ ਦੀ ਅਵੇਅਰਨੈਸ ਹੈਗੀ ਹੈ। ਇਫ ਆਈ ਐਮ ਟਾਕਿੰਗ ਅਬਾਊਟ ਬਹੁਤ ਡੀਪ ਜਿਹੜੇ ਬਾਰਡਰ ਦੇ ਪਿੰਡ ਹੈਗੇ ਆ, ਉੱਥੇ ਇੰਨੀ ਅਵੇਅਰਨੈਸ ਹੀ ਹੈ ਨਹੀਂ। ਅੱਛਾ, ਉੱਥੇ ਟੀਚਰ ਬੇਸਿਕਲੀ ਨਹੀਂ ਜਾਂਦਾ, ਜੇ ਟੀਚਰ ਜਾਂਦਾ ਤਾਂ ਫਿਰ ਉਹਨੂੰ ਬਹੁਤ ਟਰੈਵਲ ਕਰਨਾ ਪੈਂਦਾ। ਸੋ ਦੇਰ ਆਰ ਨੰਬਰ ਆਫ ਇਸ਼ੂਜ਼। ਇਹ ਤਾਂ ਨਹੀਂ ਹੈਗਾ ਕਿ ਅਸੀਂ ਪੰਜਾਬ ਵਿੱਚ ਕਿੰਨੇ ਸਕੂਲ ਨੇ? 19,322 ਸਕੂਲ ਆ ਪੰਜਾਬ ਦੇ ਵਿੱਚ, ਤੇ ਉਹਨਾਂ ਕੋਲ ਸਾਰੇ 1,000 ਤੇ ਮੇਰਾ ਖਿਆਲ ਹੈ 22 ਸਕੂਲ ਆ। ਇੱਕ ਸਾਲ 50-54 ਇੱਦਾਂ ਕੋਈ ਸਕੂਲ ਹੈਗੇ। 1054, ਠੀਕ ਹੈ, 1054 ਤੇ 19,322, ਮਤਲਬ ਇਹਨਾਂ ਦਾ ਕਿੱਦਾਂ। ਔਰ ਉਹ ਵੀ ਬੇਸਿਕਲੀ ਉੱਥੇ 22,000 ਜਿਹੜੇ ਹੈਗੇ ਆ ਜਿਹੜੇ ਗੈਸਟ ਫੈਕਲਟੀ ਦੇ ਟੀਚਰ ਹੈ। ਪਿਛਲੇ 7 ਸਾਲ 'ਚ ਉੱਥੇ ਇੱਕ ਵੀ ਬੰਦਾ ਇਹਨੇ ਭਰਤੀ ਨਹੀਂ ਕੀਤਾ। ਮਤਲਬ ਪਤਾ ਨਹੀਂ, ਮੈਨੂੰ ਸਮਝ ਨਹੀਂ ਆਈ ਵੀ ਚਲੋ
ਮੈਨੂੰ ਤਾਂ ਪੋਲਿਟਿਕਸ ਵੀ ਵੈਸੇ ਨਹੀਂ, ਇੱਕ ਸਵਾਲ ਇੱਥੇ ਉਹਨਾਂ ਨੇ ਭਰਤੀ ਨਹੀਂ ਕੀਤਾ। ਅੱਜ ਜਿਹੜਾ ਪੰਜਾਬ ਦੀਆਂ ਸੜਕਾਂ ਭਰੀਆਂ ਪਈਆਂ ਟੀਚਰਾਂ ਨਾਲ, ਉਹਦਾ ਕੀ ਮੁੱਦਾ ਹੈ? ਉਹਦੀ ਮੈਂ ਤੁਹਾਨੂੰ ਦੱਸਦਾ ਉਹਦੀ ਕੀ ਹੋਇਆ ਕਿ ਗਵਰਨਮੈਂਟ ਆਫ ਇੰਡੀਆ ਨੇ 2005 ਚ ਆਈ ਅੰਡਰਸਟੈਂਡ, ਉਹਨਾਂ ਨੇ ਇੱਕ ਉਹਨਾਂ ਨੇ ਸਕੀਮ basic ਦਿੱਤੀ। ਇੱਕ ਸਕੀਮ ਦਿੱਤੀ। ਉਹਦੇ ਵਿੱਚ ਅੱਛਾ, ਉਹਦੇ ਚ ਪਾਇਲਅਪ ਹੁੰਦਾ ਰਿਹਾ ਵੀ 2 ਸਾਲ ਲਈ 3 ਸਾਲ ਲਈ ਸਕੀਮ ਦਿੱਤੀ। ਐਕਚੁਅਲੀ ਵੈਸੇ ਤਾਂ ਉਦੋਂ ਗਵਰਨਮੈਂਟ ਦੇ ਆਫੀਸ਼ੀਅਲਸ ਨੂੰ ਜਾਂ ਉਦੋਂ ਜਿਹੜੀ ਸਰਕਾਰ ਆ ਉਹਨਾਂ ਨੂੰ ਲੌਂਗ ਟਰਮ ਤੇ ਸੋਚਣਾ ਚਾਹੀਦਾ ਸੀ ਵੀ ਇਹ 3 ਸਾਲ ਦੀ ਸਕੀਮ ਹੈ, 3 ਸਾਲ ਤੋਂ ਬਾਅਦ ਅਸੀਂ ਇਹਨੂੰ ਕਿੱਦਾਂ ਕੈਰੀ ਫਾਰਵਰਡ ਕਰਾਂਗੇ। ਅੱਛਾ, ਹੋਇਆ ਕਿ ਸਮੇਂ-ਸਮੇਂ ਤੇ ਇਦਾਂ ਦੀਆਂ ਸਕੀਮਾਂ ਕੱਢਦੇ ਰਹੇ। ਔਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹਦੇ ਵਿੱਚ ਜਿਹੜੀ ਰੂਲਾਂ ਦੀ ਡਿਵਰਸ਼ਨ ਵੀ ਹੁੰਦੀ ਰਹੀ ਆ। ਹੁਣ ਸਾਡੀ 19,000 ਬੱਚਿਆਂ ਦੀ ਭਰਤੀ ਜਿਹੜੀ ਆ ਉਹ ਸਟਕ ਹੋਈ ਆ ਹਾਈ ਕੋਰਟ ਦੇ ਵਿੱਚ। ਇੱਕ 2364 ਆ, ਇੱਕ 6635 ਆ, ਇੱਕ 8393, ਦੈਟ ਕਮਸ ਟੂ ਅਰਾਊਂਡ 19,000। ਅੱਛਾ, ਉਹ ਕੀ ਹੋਇਆ? ਡਿਵਰਸ਼ਨ ਤਾਂ ਹੋਈ ਆ ਕਿਉਂਕਿ ਹੋਈ ਟਾਈਮ ਟੂ ਟਾਈਮ, ਧਰਨੇ ਲੱਗੇ, ਮੁਜ਼ਾਹਰੇ ਹੋਏ। ਅੱਛਾ, ਉਹ ਹੁਣ 19,000 ਦੀ ਭਰਤੀ ਜੇ ਹੋ ਜੂਗੀ ਮੈਨੂੰ ਲੱਗਦਾ। ਅੱਛਾ, 12,880 ਮੈਂ ਪੋਸਟਾਂ ਹੋਰ ਕ੍ਰੀਏਟ ਕਰਾ ਲਈਆਂ ਤਾਂ ਕਿ 31 ਮਾਰਚ 2022 ਉਹਦੇ ਵਿੱਚ ਵੀ ਕਹਿੰਦੇ ਤੁਸੀਂ ਘਪਲਾ ਕਰ ਲਿਆ, ਤੁਸੀਂ ਆਪਣੇ ਬੰਦੇ ਉਹਨਾਂ ਜਿਹੜੇ ਪਹਿਲੇ ਬੈਠੇ ਉਹਨਾਂ ਨੂੰ ਲਾ ਲਿਆ। ਮੈਂ ਤਾਂ ਹਜੇ ਕਿਸੇ ਲਾਇਆ ਹੀ ਨਹੀਂ। ਉਹਦੇ ਵਿੱਚ ਰੂਲਸ ਮਤਲਬ ਇੱਕ ਜਿਹੜੇ ਭਰੋਸਾ ਰਿਹਾ ਹੀ ਨਹੀਂ ਸਰਕਾਰ। ਨਹੀਂ ਇਹੋ ਜੀ ਗੱਲ ਨਹੀਂ। ਦੇਖੋ ਮੇਰੇ ਨਾਲ ਸਾਰੀਆਂ ਜਿਹੜੀਆਂ ਵੀ ਇਹ ਜਥੇਬੰਦੀਆਂ ਹੈਗੀਆਂ, ਮੈਂ ਇਹਨਾਂ ਨੂੰ ਇੱਕੋ ਗੱਲ ਸਮਝਾਈ। ਦੇਖੋ, ਬੱਚੇ ਸਾਡੇ ਹੀ ਆ ਨਾ, ਪੰਜਾਬ ਦੇ ਬੱਚੇ ਹੈਗੇ ਆ, ਉਹਨਾਂ ਨੂੰ ਨੌਕਰੀ ਮਿਲਣੀ ਵੀ ਚਾਹੀਦੀ ਆ, ਉਹਨਾਂ ਚੋਂ ਕੁਆਲੀਫਾਈਡ ਵੀ ਹੈਗੀ ਆ, ਨੌਕਰੀਆਂ ਦੀ ਲੋੜ ਵੀ ਹੈਗੀ ਹੈ, ਟੀਚਰਾਂ ਦੀ ਲੋੜ ਵੀ ਹੈਗੀ ਆ, ਟੀਚਰਾਂ ਦੀ ਲੋੜ ਵੀ ਹੈਗੀ ਆ। ਪਰ ਜਿਹੜਾ ਪੇ ਸਕੇਲ ਹੈ, ਜਿਹੜਾ ਕਹਿੰਦੇ ਆਲਰੇਡੀ ਅਸੀਂ ਕਹਿੰਦੇ ਸਰਕਾਰੀ ਜਿਹੜਾ ਪੇ ਸਕੇਲ ਬਹੁਤ ਆਇਆ ਹੈ, ਉਹ ਤੁਸੀਂ ਕਹਿੰਦੇ UGC ਵੀ ਲਾਗੂ ਕਰੋ, ਉਹ ਹੋ ਸਕਦਾ ਹੈ? ਨਿਮਤ ਜੀ, ਉਹ ਕਾਲਜ ਦੀ ਗੱਲ ਆ, ਉਹ ਆਪਾਂ ਅਲੱਗ ਕਰ ਲਾਂਗੇ। ਪਰ ਜਿਹੜੀ ਸਕੂਲ ਦੀ ਗੱਲ ਹੈਗੀ ਆ, ਮੇਰੇ ਕੋਲ 31,000 ਦੇ ਕਰੀਬ ਟੀਚਰਾਂ ਦੀ ਵੈਕੈਂਸੀ ਪਈ ਆ ਐਂਡ ਦੈਟ ਇਜ਼ ਟੂ ਸੈਂਕਸ਼ਨਡ। ਓਕੇ, ਹੁਣ ਪ੍ਰੋਬਲਮ ਕਿੱਥੇ ਆ ਰਹੀ ਆ? ਇੱਕ ਕਹਿੰਦਾ ਟੈਟ ਪਾਸ ਹੋਣਾ ਚਾਹੀਦਾ, ਦੂਜਾ ਕਹਿੰਦਾ B.Ed ਪਾਸ ਹੋਣਾ ਚਾਹੀਦਾ। ਇਹਨਾਂ ਦੇ ਆਪਸ ਵਿੱਚ ਜਿਹੜੇ ਕਨਫਲਿਕਟਿੰਗ ਇੰਟਰਸਟ ਹੈਗੇ ਆ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਇਹ ਭਰਤੀ ਤਾਂ ਸਿਰੇ ਲੱਗੂਗੀ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਵੀ ਆਪਾਂ ਜੋ ਅੱਜ ਦੇ ਰੂਲ ਐਗਜ਼ਿਸਟਿੰਗ ਰੂਲ ਆ ਉਹਨੂੰ ਬੇਸ ਮੰਨ ਕੇ ਤਾਂ ਉਹਦੇ ਤੇ ਗਾਂਹ ਤੁਰ ਗਏ। ਤੇ ਅੱਜ ਦਾ ਰੂਲ ਕੀ ਕਹਿੰਦਾ? ਅੱਜ ਦਾ ਰੂਲ ਬੇਸਿਕਲੀ ਦੇਖੋ, ਹਰ ਕੈਟਾਗਰੀ 'ਚ ਅਲੱਗ-ਅਲੱਗ ਰੂਲ ਹੈਗੇ ਆ। ਐਕਚੁਅਲੀ ਮੋਟੀ ਜੀ ਗੱਲ ਹੈ ਕਿ ਉਹ ਅਸੀਂ ਡਿਵਰਸ਼ਨ ਕਰ ਲਈ ਸਮੇਂ-ਸਮੇਂ ਤੇ, ਕਿਉਂਕਿ ਕਿਤੇ ਧਰਨਾ ਲੱਗਿਆ, ਕਹਿਤਾ ਜੀ ਵੀ ਤੁਹਾਨੂੰ ਠੀਕ ਹੈ ਜੀ, ਤੁਹਾਨੂੰ ਇੰਨਾ ਕੁ। ਅੱਛਾ, ਕੋਰਟ ਕੀ ਕਹਿੰਦੀ ਆ ਵੀ ਇਕੁਅਲ ਅਪਰਚੁਨਿਟੀ ਮਿਲੀ ਬੰਦੇ ਨੂੰ ਕਿ ਨਹੀਂ ਮਿਲੀ? ਮੰਨ ਲਓ ਸਾਡੀ ਇੱਕ ਭਰਤੀ ਹੈਗੀ ਆ, ਉਹਦੇ ਵਿੱਚ ਅਸੀਂ ਕੀ ਕੀਤਾ ਵੀ ਜਿਹੜੇ ਗਵਰਨਮੈਂਟ 'ਚ ਸਕੂਲਾਂ 'ਚ ਕੰਮ ਕੀਤਾ ਆ ਉਹਨੂੰ ਅਸੀਂ 3 ਸਾਲ ਦਾ ਐਕਸਪੀਰੀਅੰਸ ਗਿਣਾਂਗੇ। ਪਰ ਜੇ ਕੋਈ ਕਿਸੇ ਨੇ ਪ੍ਰਾਈਵੇਟ ਸਕੂਲ ਵੀ ਖੋਲ੍ਹਿਆ ਆ, ਗਵਰਨਮੈਂਟ ਦੀ ਅਪਰੂਵਲ ਲੈ ਕੇ ਖੋਲ੍ਹਿਆ ਆ, ਤਾਂ ਉਹਨਾਂ ਦਾ ਟੀਚਰ ਦਾ ਵੀ ਉਹ ਕਲੇਮ ਤਾਂ ਹੈਗਾ ਹੀ ਆ। ਬਿਲਕੁਲ, ਅਸੀਂ ਉਹ ਕੀਤਾ ਨਹੀਂ। ਅਸੀਂ ਨਾ ਕਰਨ ਕਰਕੇ ਉਹਦਾ ਨੁਕਸਾਨ ਇਹ ਹੋਇਆ ਵੀ ਹੁਣ ਕੋਰਟ ਕਹਿੰਦੀ ਆ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਕਿਉਂ ਇਕੁਅਲ ਅਪਰਚੁਨਿਟੀ ਨਹੀਂ ਦਿੱਤੀ। ਐਂਡ ਕੋਰਟ ਇਸ ਗੱਲ ਨਾਲ ਇਹ ਬਹੁਤ ਗਲਤੀਆਂ ਪਾਇਲ ਅਪ ਹੋ ਗਈਆਂ ਪੁਰਾਣੀਆਂ ਜੋ ਮਤਲਬ। ਬਿਲਕੁਲ। ਪਰ ਕੁਝ ਸੋਲੂਸ਼ਨ ਨਿਕਲੇਗਾ। ਹੁਣ ਕੰਪਿਊਟਰ ਟੀਚਰਸ, ਮੈਨੂੰ ਪੱਕਾ ਇਹ ਚੱਲ ਰਿਹਾ ਹੋਗਾ, ਨੀਚੇ ਸਵਾਲ ਜ਼ਰੂਰ ਆਏਗਾ ਕੰਪਿਊਟਰ ਟੀਚਰਸ ਬਾਰੇ ਪੁੱਛੋ, ਉਹਨਾਂ ਦਾ ਕੀ ਮਾਮਲਾ ਹੈਗਾ? ਕੰਪਿਊਟਰ ਟੀਚਰ ਬੇਸਿਕਲੀ ਇੱਕ ਪਿਕਟਸ ਸੁਸਾਇਟੀ ਬਣ ਕੇ ਉਹਦੇ ਵਿੱਚ ਭਰਤੀ ਹੋਏ ਆ। ਉਹਨਾਂ ਦੇ 2 ਇਸ਼ੂ ਆ। ਇੱਕ ਤਾਂ ਉਹ ਕਹਿੰਦੇ ਵੀ ਸਾਨੂੰ ਜਿਹੜੀਆਂ ਗਵਰਨਮੈਂਟ ਨੇ ਜਿਹੜੀ ਅਪਾਇੰਟਮੈਂਟ ਲੈਟਰ ਦਿੱਤੀ ਸੀ ਉਹਦੇ ਮੁਤਾਬਕ ਸਾਡੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਆ। ਕਿਸੇ ਹੱਦ ਤੱਕ ਮੈਂ ਉਸ ਗੱਲ ਨਾਲ ਸਹਿਮਤ ਹੈਗਾ। ਦੂਸਰਾ, ਉਹ ਕਹਿੰਦੇ ਵੀ ਜਾਂ ਅਸੀਂ ਉਹ ਛੱਡ ਦਿੰਦੇ ਆ, ਤੁਸੀਂ ਸਾਨੂੰ ਗਵਰਨਮੈਂਟ ਦੇ ਵਿੱਚ ਮਰਜ ਕਰ ਲਓ, ਪਰ ਜਿੰਨੇ ਅਸੀਂ ਪੈਸੇ ਅੱਜ ਲੈਂਦੇ ਆ। ਪਰ ਉਹਦੀ ਬੈਕਗਰਾਊਂਡ ਤੇ ਗੱਲ ਇਹ ਹੈਗੀ ਆ ਵੀ ਜਿਹੜੇ ਰਮਜ਼ਾ ਦੇ ਟੀਚਰ ਅਸੀਂ ਭਰਤੀ ਕੀਤੇ ਸੀਗੇ ਉਹਨਾਂ ਨੂੰ ਬੇਸਿਕ ਪੇ ਸਕੇਲ ਤੇ ਉਹਨਾਂ ਨੂੰ ਭਰਤੀ ਕੀਤਾ ਸੀ। ਯੂ ਕਾਂਟ ਗਿਵ ਇਟ ਦ ਪੈਰੈਂਟਸ ਕੇ। ਅੱਛਾ, ਉਹ ਹੁਣ ਕਹਿੰਦੇ ਆ ਵੀ ਸਾਨੂੰ ਤੁਸੀਂ 60-65 ਹਜ਼ਾਰ ਤੇ ਭਰਤੀ ਕਰੋ, ਵਿਚ ਇਜ਼ ਜਿਹੜੀ ਫਾਈਨੈਂਸ ਡਿਪਾਰਟਮੈਂਟ ਇਜ਼ ਰਿਫਿਊਜ਼ਿੰਗ ਦੈਟ ਕਿ ਤੁਸੀਂ ਇੱਕ ਨਾਲ ਇਦਾਂ ਕਰਦੇ ਆ, ਦੂਜੇ ਨਾਲ ਇਦਾਂ ਕਰਦੇ ਆ। ਅੱਛਾ, ਆਈ ਐਮ ਰੈਡੀ ਟੂ ਟੇਕ। ਅੱਛਾ, ਹੁਣ ਉਹ ਜਿਹੜਾ 15,300 ਵਾਲੀ ਗੱਲ ਵੀ ਹੈ ਨਹੀਂ ਕਿ ਹੁਣ ਤਾਂ ਬੇਸਿਕਲੀ 35,000 ਰੁਪਈਆ ਹੈਗਾ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਗੱਲ ਸੁਣੋ ਵੀ ਆਪਾਂ ਜੇ ਤੁਸੀਂ ਅੱਛਾ ਉਹ ਪਿਕਟਸ ਸੁਸਾਇਟੀ ਦੇ ਵਿੱਚ ਤੇ ਗਵਰਨਮੈਂਟ ਦੀ ਜੌਬ ਦੇ ਵਿੱਚ ਸਿਰਫ ਇੰਨਾ ਫਰਕ ਹੈਗਾ, ਹੋਰ ਕੋਈ ਫਰਕ ਨਹੀਂ ਹੈਗਾ। ਸਿਰਫ ਫਰਕ ਇੰਨਾ ਹੈਗਾ ਵੀ ਉਹਦੇ ਵਿੱਚ ਜੇ ਕਿਤੇ ਖੁਦਾ ਨਾ ਖਾਸਤਾ ਕੋਈ ਕੰਪੈਸ਼ਨੇਟ ਗਰਾਊਂਡ, ਖੁਦਾ ਨਾ ਖਾਸਤਾ ਕਿਸੇ ਟੀਚਰ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਤਾਂ ਉਹਦਾ ਜਿਹੜਾ ਵਾਰਸ ਆ ਉਹਨੂੰ ਨੌਕਰੀ ਮਿਲ ਸਕਦੀ ਹੈ। ਉਹ ਬੜਾ ਵੱਡਾ ਹੈ। ਅੱਛਾ, ਉਹ ਹੁਣ ਇਸ ਗੱਲ ਲਈ ਵਜੇਦੇ ਆ ਵੀ ਸਾਨੂੰ ਲਾਅ ਤਾਂ ਸਾਡੇ ਅੱਜ ਦੇ ਪੇ ਸਕੇਲ 'ਚ, ਪਰ ਲਾਅ ਸਰਕਾਰ ਦੇ ਵਿੱਚ
ਅੱਛਾ, ਇਹਦੇ ਵਿੱਚ ਬੇਸਿਕਲੀ ਦੇਖੋ ਕੋਈ ਸੋਲੂਸ਼ਨ ਨਿਕਲਦਾ ਕਿ ਅਸੀਂ ਇਦਾਂ ਹੀ ਦੇਖਾਂਗੇ ਵਿਚਾਰੇ ਇਸ ਚੋਣਾਂ ਤੋਂ ਪਹਿਲੇ ਮੁਜ਼ਾਹਰੇ ਹੀ ਕਰਦੇ ਰਹਿ ਜਾਣਗੇ? ਦੇਖੋ ਇਹਦੇ ਵਿੱਚ ਦੇਖੋ ਦੂਜਾ ਐਂਗਲ ਇਹ ਵੀ ਹੈਗਾ ਕਿ ਮੰਨ ਲਓ ਮੈਨੂੰ 1000 ਕਰੋੜ ਰੁਪਈਆ ਚਾਹੀਦਾ, 1000 ਕਰੋੜ ਰੁਪਈਆ ਬੇਸਿਕਲੀ ਸਾਡਾ ਸਿਸਟਮ ਬੈਕਅਪ ਨਹੀਂ ਕਰਦਾ, ਲੇਕਿਨ ਇਹ ਤਾਂ ਅਸੀਂ ਕਿਤੇ ਨਾ ਕਿਤੇ ਤਾਂ ਸਾਨੂੰ ਵੀ ਕੰਪਰੋਮਾਈਜ਼ ਕਰਨਾ ਪਊਗਾ। ਉਹ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ ਟੀਚਰਸ? ਨਹੀਂ, ਕਈ ਹੁਣ 2-3 ਜਥੇਬੰਦੀਆਂ ਉਹ ਕਹਿੰਦੇ ਠੀਕ ਹੈ ਗੱਲ, ਲੇਕਿਨ ਮੰਨ ਲਓ ਹੁਣ ਇੱਕ ਪਾਸੇ ਬੀਐਡ ਵਾਲੇ ਆ, ਇੱਕ ਪਾਸੇ ਟੈਟ ਵਾਲੇ ਆ। ਅੱਛਾ, ਮੈਂ ਤਾਂ ਕਹਿੰਦਾ ਤੁਸੀਂ ਬਹਿ ਜਾਓ ਸਾਰੇ, ਬਹਿ ਕੇ ਜੋ ਅੱਜ ਦੇ ਰੂਲ ਆ ਹਰ ਕੈਟਾਗਰੀ ਦੇ ਵਿੱਚ ਮੈਂ ਉਹ ਕਰਨ ਨੂੰ ਤਿਆਰ ਹਾਂ। ਅੱਛਾ, ਨਹੀਂ ਤਾਂ ਇਹ 2021 ਦੇ ਲੜ ਰਹੇ ਆ, ਅੱਜ 2011 ਦੇ ਲੜ ਰਹੇ, ਅੱਜ 21 ਹੋ ਗਿਆ, 31 ਵੀ ਹੋ ਜਾਣਾ, 41 ਵੀ ਹੋ ਜਾਣਾ, ਕਿਉਂਕਿ ਦੇਖੋ ਸਾਨੂੰ ਕਿਤੇ ਤਾਂ ਕਿਤੇ ਖੜਨਾ ਹੀ ਪਊਗਾ ਨਾ, ਕਿਉਂਕਿ ਕੋਰਟਸ ਵੀ ਹੈਗੀਆਂ, ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਵੀ ਹੈਗੀਆਂ, ਕਿਉਂਕਿ ਕੰਕਰੈਂਟ ਲਿਸਟ ਦੇ ਵਿੱਚ ਆ, ਅਸੀਂ ਉਹਦੇ ਵਿੱਚ ਅਮੈਂਡਮੈਂਟ ਨਹੀਂ ਕਰ ਸਕਦੇ, ਲੇਕਿਨ ਅਮੈਂਡਮੈਂਟ ਹੋਈ ਆ, ਇਹ ਗਵਰਨਮੈਂਟ ਲੈਵਲ ਤੇ ਗਲਤੀਆਂ ਹੋਈਆਂ। ਕੋਈ ਸੋਲੂਸ਼ਨ ਤੁਹਾਨੂੰ ਲੱਗਦਾ ਕਿ ਅਗਲੇ 20 ਦਿਨਾਂ ਵਿੱਚ ਨਿਕਲ ਸਕਦਾ ਹੈ? ਨਹੀਂ, ਮੈਨੂੰ ਇਹ ਬੇਸਿਕਲੀ ਸਾਰੇ ਇਕੱਠੇ ਹੋ ਕੇ ਕਹਿ ਦੇਣ ਵੀ ਹਾਂ ਵੀ ਤੁਸੀਂ ਅੱਜ ਦੇ ਰੂਲਾਂ 'ਚ ਭਰਤੀ ਕਰ ਲਓ, ਮੈਂ ਆਉਣ ਵਾਲੇ 10-15-20 ਦਿਨਾਂ 'ਚ ਕਮ ਸੇ ਕਮ ਇਹ ਪ੍ਰੋਸੈਸ ਤਾਂ ਸ਼ੁਰੂ ਕਰ ਦੇਵਾਂ। ਮੈਂ ਤਾਂ ਸਾਰਾ ਉਹਨਾਂ ਤੇ ਭਾਰ ਹੈ ਇਸ ਟਾਈਮ। ਨਹੀਂ, ਦੇਖੋ ਹੁਣ ਕੀ ਆ, ਕਿਸੇ ਨੂੰ ਉਹਦੇ ਵਿੱਚ ਮੈਂ ਇੱਥੋਂ ਤੱਕ ਵੀ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜਿਹੜੇ ਬੱਚੇ ਏਜ ਗਰੁੱਪ 'ਚ ਵੱਡੇ ਹੋ ਗਏ ਅਸੀਂ ਉਨੀ ਏਜ ਰਿਲੈਕਸੇਸ਼ਨ ਦੇ ਵੀ, ਤਾਂ ਕਿ ਉਹ ਬੱਚੇ, ਮੈਨੂੰ ਇੱਕ ਨਿਮਰਤ ਜੀ ਗੱਲ ਲੱਗਦੀ ਹੈ ਵੀ ਸਾਡੇ ਕੋਲ ਸ਼ਾਇਦ 31000 ਐਲੀਜੀਬਲ ਟੀਚਰ ਹੀ ਨਾ ਹੋਵੇ। ਦੂਜਾ ਐਂਗਲ ਜਿਹੜਾ ਤੁਸੀਂ ਦੂਸਰਾ ਐਂਗਲ ਜੇ ਦੇਖਣਾ ਹੈਗਾ ਵੀ ਸ਼ਾਇਦ ਸਾਡੇ ਕੋਲ 31000 ਐਲੀਜੀਬਲ ਟੀਚਰ ਹੀ ਨਾ ਹੋਵੇ। ਪਰ ਤੁਹਾਡੇ ਕੋਲ ਫੁੱਲ ਅਥਾਰਟੀ ਹੈ, ਤੁਸੀਂ ਨਹੀਂ, ਆਈ ਐਮ ਦਾ ਮਿਨਿਸਟਰ, ਕਿ ਤੁਸੀਂ ਭਰ ਸਕਦੇ ਹੋ। ਨਹੀਂ, ਮੇਰੇ ਕੋਲ ਸੈਂਕਸ਼ਨ ਪੋਸਟ ਹੈਗੀ, ਉਹਦੇ ਲਈ ਪੈਸਾ ਹੈਗਾ। ਉਹਦੇ ਲਈ ਬੇਸਿਕਲੀ ਜਦੋਂ ਜਿਹੜੀ ਸੈਂਕਸ਼ਨ ਪੋਸਟ ਹੁੰਦੀ ਹੈ ਉਹ ਪਰਸੋਨਲ ਤੋਂ ਤੇ ਫਾਈਨਾਂਸ ਤੋਂ ਸੈਂਕਸ਼ਨ ਹੋ ਕੇ ਆਉਂਦੀਆਂ ਹੈਗੀਆਂ, ਤਾਂ ਹੀ ਉਹ ਤੁਸੀਂ ਉਹਦੀ ਪ੍ਰੋਸੈਸ ਸ਼ੁਰੂ ਕਰ ਸਕਦੇ, ਨਹੀਂ ਤਾਂ ਉਹਦੇ ਤੋਂ ਬਿਨਾਂ ਪ੍ਰੋਸੈਸ ਹੀ ਨਹੀਂ ਸ਼ੁਰੂ। ਮੈਂ ਹੁਣ ਸਕੂਲ ਦਾ ਦੌਰਾ 2 ਮਿੰਟ ਹੋਲਡ ਕਰ ਲੈਂਦੇ ਆ, ਇਹਨਾਂ ਗੱਲਾਂ ਤੇ ਆਉਂਦੇ ਆ। ਜਿਹੜੇ ਇਲਜ਼ਾਮ ਲਾਏ ਗਏ ਹੈ ਟੀਚਰਾਂ ਜੋ ਪੰਜਾਬ ਸਰਕਾਰ ਤੇ ਕਿ ਪ੍ਰਿੰਸੀਪਲ ਤੱਕ ਨਹੀਂ ਗਈਆਂ ਸਕੂਲਾਂ ਵਿੱਚ, ਉਹ ਪ੍ਰਿੰਸੀਪਲ ਕਿਉਂ ਨਹੀਂ ਸੀ ਹਾਇਰ ਕਰ ਰਹੇ? ਕਿਹੜੇ ਸਕੂਲਾਂ? ਉਹ ਜੋ ਕੇਜਰੀਵਾਲ ਐਕਚੁਅਲੀ ਬਹੁਤ ਥੋੜੇ, ਕੇਜਰੀਵਾਲ ਦੇ ਤਾਂ 1000 ਦੇ ਵਿੱਚੋਂ 840 ਦੇ ਵਿੱਚ ਪ੍ਰਿੰਸੀਪਲ ਹੈ ਨਹੀਂ। ਐਕਚੁਅਲੀ ਅਸਲੀ ਗੱਲ ਹੈ ਉਹਨਾਂ ਦਾ ਜਿਹੜਾ ਖਾਸ ਕਰਕੇ ਪਬਲਿਸਿਟੀ ਵਾਲਾ ਬਜਟ ਹੈ ਨਾ, ਜਿਹੜਾ ਸੋਸ਼ਲ ਮੀਡੀਆ ਵਾਲਾ ਬਜਟ ਆ, ਉਹ ਨਹੀਂ 22 ਕਰੋੜ ਤੋਂ ਲੈ ਕੇ 600 ਕਰੋੜ ਤੱਕ ਲੈ ਗਏ। ਐਕਚੁਅਲੀ ਅਸਲੀ ਗੱਲ ਹੈ ਇਹ ਬਿਲਕੁਲ ਪਾਣੀ ਦਾ ਬੁਲਬੁਲਾ ਹੈਗਾ। ਦੇਖੋ ਇਹਦੇ ਵਿੱਚ ਮੇਰੇ ਟੀਚਰਸ ਨੇ ਮਿਹਨਤ ਕੀਤੀ, ਹੁਣ ਅੱਜ ਇਸ ਸਕੂਲ ਦੇ ਵਿੱਚ ਖੜੇ ਆ, ਇਹਦੇ ਵਿੱਚ ਟੀਚਰਸ ਦਾ ਰੋਲ ਹੈ, ਇਹਦੇ ਵਿੱਚ ਪੇਰੈਂਟਸ ਦਾ ਰੋਲ ਹੈ, ਆਲੇ ਦੁਆਲੇ ਲੋਕਾਂ ਦਾ ਰੋਲ ਹੈ, NRIs ਦਾ ਰੋਲ ਹੈ। ਅੱਛਾ, ਬਿਨਾਂ ਕਿਸੇ ਗੱਲੋਂ ਕਿਸੇ ਗੱਲ ਨੂੰ ਭੰਡੀ ਜਾਣਾ। ਮੈਂ ਕਾਫੀ ਪਿੰਡਾਂ ਵਿੱਚ ਜਾਂਦੀ ਹਾਂ, ਜਿਵੇਂ ਉਸ ਦਿਨ ਉਹ ਵੀ ਚਮਕੌਰ ਸਾਹਿਬ ਗਏ, ਕਈ ਸਕੂਲਾਂ ਦਾ ਅਜੇ ਵੀ ਨਹੀਂ, ਮੈਂ ਨਹੀਂ ਕਹਿੰਦਾ, ਮੈਂ ਦੇਖੋ 19000 ਦੇ ਵਿੱਚੋਂ ਅਸੀਂ 14000 ਸਮਾਰਟ ਸਕੂਲ ਬਣਾਏ। 14 ਸਮਾਰਟ 14000 ਹੈਗੇ ਆ, ਲੇਕਿਨ 5000 ਯੈਸ ਵੀ ਆਰ ਇਨ ਏ ਪ੍ਰੋਸੈਸ ਵੀ 1000 ਦੇਖੋ 1000 ਸਕੂਲ ਨੂੰ ਹੈਂਡਲ ਕਰਨਾ, ਉਹ ਵੀ ਮੈਟਰੋਪੋਲੀਟਨ ਸਿਟੀ ਦੇ ਵਿੱਚ, ਤੇ 19000 19,500 ਨੂੰ ਹੈਂਡਲ ਕਰਨਾ, ਐਂਡ ਦੈਟ ਟੂ ਏਰੀਆ ਵਿਲੇजेस ਵਿੱਚ ਬਹੁਤ ਜ਼ਿਆਦਾ ਹਾਂ, ਬੇਸਿਕਲੀ ਜਿੱਥੇ ਉਨੀ ਐਜੂਕੇਸ਼ਨ ਦੀ ਅਵੇਅਰਨੈਸ ਨਹੀਂ ਹੈ। ਤੁਸੀਂ ਇਹ ਬੋਲੋ ਕਿ ਤੁਹਾਡਾ ਮੋਹਾਲੀ ਦਾ ਸਮਾਰਟ ਸਕੂਲ ਹੈ, ਜਿਹੜਾ ਪਿੰਡ ਦਾ ਸਮਾਰਟ ਸਕੂਲ, ਉਹਦੇ ਵਿੱਚ ਵੀ ਅੰਤਰ ਹੋਏਗਾ? ਨਹੀਂ, ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਹੈ। ਅਸੀਂ ਤਾਂ ਬੇਸਿਕਲੀ ਦੇਖੋ ਤੁਸੀਂ, ਮੈਂ ਤੁਹਾਨੂੰ ਲਿਸਟ ਦੇ ਦਿੰਦਾ। ਇੱਕ ਉਹਨਾਂ ਦਾ ਕਹਿੰਦਾ ਵੀ ਮੈਂ ਆਪਣੇ ਟੀਚਰਸ ਨੂੰ ਟ੍ਰੇਨਿੰਗ ਕਰਾਈ ਹੈ, ਮੈਂ ਉਹਨਾਂ ਨੂੰ ਬਾਹਰ ਭੇਜਿਆ, ਆਪਾਂ ਆਪਣੀ ਟੀਚਰਸ ਨੂੰ ਕਦੇ ਕੋਈ ਟ੍ਰੇਨਿੰਗ ਨਹੀਂ ਕਰਾਈ? ਬਿਲਕੁਲ ਕਰਾਈ ਹੈ, ਅਸੀਂ ਤਾਂ ਕੈਨੇਡਾ ਵੀ ਕਰਾਈ ਆ, ISB ਦੇ ਵਿੱਚ ਵੀ ਕਰਾਈ ਹੈ। ਐਕਚੁਅਲੀ ਅਸਲੀ ਗੱਲ ਹੈ, ਕਈ ਵਾਰੀ ਨਾ ਬੰਦੇ ਇਸ ਗੱਲ ਨੂੰ, ਮਤਲਬ ਮੈਂ ਇਹ ਸੋਚਦਾ ਸੀ, ਪਤਾ ਕਿਉਂ ਮੈਂ ਚੈਲੰਜ ਕੀਤਾ, ਮੈਂ ਸੋਚ ਰਿਹਾ ਸੀ ਵੀ ਸਾਡੇ ਕੁਛ ਐਜੂਕੇਸ਼ਨਿਸਟ ਬੈਠਣਗੇ, ਕੁਛ ਉਹਨਾਂ ਦੇ ਐਜੂਕੇਸ਼ਨਿਸਟ ਬੈਠਣਗੇ, ਤਾਂ ਦੇ ਵਿਲ ਡਿਸਕਸ ਇਸ। ਅੱਛਾ, ਮੈਂ ਕੋਈ ਬਾਥਰੂਮ ਜਾ ਕੇ ਦੇਖਣ ਲੱਗ ਪਵਾਂ, ਮੈਂ ਉਹਨਾਂ ਦੇ ਦਿੱਲੀ ਜਾ ਕੇ ਜਿੰਨੇ ਮਰਜ਼ੀ ਬਾਥਰੂਮ ਬੰਦੇ ਤੋਂ ਹੜ ਦਿੰਦਾ, ਮਤਲਬ ਇਹ ਤਾਂ ਘਟੀਆ ਜੀ ਰਾਜਨੀਤੀ ਦੀ ਗੱਲ ਕਰਨ ਲੱਗ ਪਏ। ਮੈਂ ਸਮਝਦਾ ਸੀ ਸਿਸੋਦੀਆ ਜੀ, ਕੇਜਰੀਵਾਲ ਜੀ ਮਤਲਬ ਸਿਆਣੇ ਬੰਦੇ ਆ, ਇਹ ਕੋਈ ਚੰਗੀਆਂ ਗੱਲਾਂ ਤੇ ਚੰਗੀਆਂ ਲੀਹਾਂ ਤੇ, ਅੱਛਾ ਇਹ ਤਾਂ ਬਿਲਕੁਲ ਮਤਲਬ ਖੋਖਲਾਪਨ ਦਿਖਾਉਣ ਲੱਗ ਪਏ ਵੀ ਮੇਰੇ ਬੱਚਿਆਂ ਨੇ। ਦੇਖੋ ਜੇ ਸਾਡਾ PGI ਸਕੋਰ, ਜੇ ਅਸੀਂ ਪਹਿਲੇ ਨੰਬਰ ਤੇ ਆ ਗਏ ਤਾਂ ਅਸੀਂ ਠੀਕ ਨਹੀਂ ਹੈ, ਜਦੋਂ ਉਹ ਚੌਥੇ ਤੇ ਸੀਗੇ ਅਸੀਂ 23ਵੇਂ ਤੇ ਸੀ, ਉਦੋਂ ਠੀਕ ਸੀਗਾ। ਉਦੋਂ ਇਹਨਾਂ ਨੇ ਵਿਧਾਨ ਸਭਾ 'ਚ ਇਹਨਾਂ ਦੇ MLAs ਨੇ ਰੌਲਾ ਪਾਇਆ ਵੀ ਦੇਖੋ ਜੀ ਪੰਜਾਬ ਦੀ ਤਾਂ ਐਜੂਕੇਸ਼ਨ ਤਾਂ ਇੱਦਾਂ ਵਿਗੜ ਗਈ ਜੀ, ਇੱਦਾਂ ਵਿਗੜ ਗਈ। ਮੈਂ ਕਹਿੰਦਾ ਡਿਬੇਟ ਹੋਣੀ ਚਾਹੀਦੀ ਹੈ, ਚੰਗੀ ਗੱਲ ਆ, ਇਹ ਫੋਰਫਰੰਟ 'ਤੇ ਆਈ ਹੈਗੀ ਆ। ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਸਾਨੂੰ ਵੀ ਦੂਰ ਕਰਨ ਦਾ ਮੌਕਾ ਮਿਲੇਗਾ, ਅਸੀਂ ਵੱਧ ਫੋਕਸ ਕਰਾਂਗੇ, ਸਰਕਾਰਾਂ ਵੱਧ ਫੋਕਸ ਕਰਨਗੀਆਂ। ਮੈਂ ਐਜੂਕੇਸ਼ਨ ਮਹਿਕਮਾ ਲਿਆ ਹੀ ਇਸ ਕਰਕੇ, ਮਤਲਬ
ਕਈ ਸਾਡੇ ਪੋਲੀਟੀਕਲ ਬੰਦੇ ਤਾਂ ਇਹਨਾਂ ਗੱਲਾਂ ਤੋਂ ਭੱਜਦੇ ਆ, ਬਟ ਆਈ ਆਲਵੇਜ਼ ਐਕਸੈਪਟ ਚੈਲੰਜਸ ਕਿ ਅਸੀਂ 4 ਸੜਕਾਂ ਘੱਟ ਬਣਾ ਲਈਏ, 4 ਪੁਲ ਘੱਟ ਬਣਾ ਲਈਏ, ਦੂਰੋਂ ਘੁੰਮ ਕੇ ਆ ਜਾਾਂਗੇ, ਕੀ ਹੋ ਚੱਲਿਆ। ਲੇਕਿਨ ਜੇ ਸਾਡਾ ਬੱਚਾ, ਜਿਹੜੀ ਸਾਡੀ ਆਉਣ ਵਾਲੀ ਹਿਊਮਨ ਰਿਸੋਰਸਿਸ ਆ, ਜੇ ਉਹਨੂੰ ਸਮੇਂ ਦਾ ਹਾਣੀ ਨਾ ਬਣਾ ਸਕੇ, ਦੈਨ ਅਲਟੀਮੇਟਲੀ ਵੇਅਰ ਵੀ ਸਟੈਂਡ, ਅਸੀਂ ਕਿੱਥੇ ਜਾਵਾਂਗੇ। ਅਸੀਂ ਇਸ ਇਕੱਲੀਆਂ ਬਿਲਡਿੰਗਾਂ ਨੂੰ ਕੀ ਕਰਾਂਗੇ। ਦੁਨੀਆ ਦੇ ਵਿੱਚ ਉਹ ਪਹਿਲਾਂ ਬੰਦਾ ਬਣਾਉਂਦੇ ਆ, ਬੰਦੇ ਨੇ ਜੇ ਬੰਦਾ ਬਣ ਗਿਆ ਉਹਨੇ ਬਿਲਡਿੰਗ ਵੀ ਬਣਾ ਲੈਣੀ ਆ। ਮੈਨੂੰ ਐ ਲੱਗਦਾ ਕਿ ਜਿਹੜੀ ਬੱਚੇ ਦੀ ਇਨਵੈਸਟਮੈਂਟ ਆ, ਇਹ ਇਨਵੈਸਟਮੈਂਟ ਆ, ਇਹ ਕੋਈ ਇਹ ਨਹੀਂ ਹੈ ਕਿ ਅਸੀਂ ਮਤਲਬ ਇਹਨੂੰ ਕਹਿ ਲਓ ਫालतू ਇਹ ਐਕਸਪੈਂਡੀਚਰ। ਤੇ ਹਰ ਘਰ ਵਿੱਚ ਹੁੰਦੀ ਹੈ। ਨਹੀਂ, ਨਾਲੇ ਇਹ ਇਨਵੈਸਟਮੈਂਟ ਆ, ਕਿਉਂਕਿ ਉਹ ਬੱਚਾ ਜਦੋਂ ਡਾਕਟਰ ਬਣਿਆ, ਉਹ ਬੱਚਾ ਜਦੋਂ ਇੰਜੀਨੀਅਰ ਬਣਿਆ, ਉਹ ਬੱਚਾ ਕੋਈ ਐਂਟਰਪ੍ਰੈਨਿਓਰ ਬਣਿਆ, ਉਹਨੇ ਟੈਕਸ ਪੇ ਕਰਨਾ, ਉਹਨੇ ਕੰਟਰੀ ਨੂੰ ਗਾਂਹ ਤੋਰਨਾ ਹੈਗਾ। ਸੋ ਆਈ ਲੁੱਕ ਐਟ ਦੈਟ ਐਂਗਲ ਕਿ ਹਾਂ ਵੀ ਇਹ ਗੱਲ, ਕਿਉਂਕਿ ਜੇ ਸਾਡੇ ਕੋਲ ਹਿਊਮਨ ਰਿਸੋਰਸਿਸ ਜਿਹੜਾ ਸਮੇਂ ਦਾ ਹਾਣੀ ਨਾ ਬਣਾ ਸਕੇ। ਅੱਛਾ, ਟੀਚਰਸ ਦੀ ਅਪਗ੍ਰੇਡੇਸ਼ਨ ਹੈਗੀ ਆ, ਈਵਨ ਕਿ ਇਫ ਯੂ ਟਾਕ ਅਬਾਊਟ ਦਾ ਹਾਇਰ ਐਜੂਕੇਸ਼ਨ ਸਿਸਟਮ, ਉਹਦੇ ਵਿੱਚ ਬਹੁਤ ਕਮੀਆਂ ਪੇਸ਼ੀਆਂ। ਸਾਡੇ ਕੋਲ ਕਈ ਕਾਲਜ ਇੱਦਾਂ ਦੇ ਹੈਗੇ ਆ ਜਿਹਦੇ ਵਿੱਚ 10 ਕਾਲਜਾਂ ਦਾ ਇੱਕ ਪ੍ਰਿੰਸੀਪਲ ਕੋ ਚਾਰਜ ਹੈਗਾ। ਮੈਂ ਨਹੀਂ ਕਹਿੰਦਾ ਕਿ ਪਿਛਲੇ ਸਮੇਂ 'ਚ ਕਿਹਨੇ ਕੀ ਕੀਤਾ, ਕਿਹਨੇ ਨਹੀਂ ਕੀਤਾ, ਬਟ ਰਿਕਾਰਡ ਟਾਈਮ 45 ਦਿਨਾਂ ਦੇ ਵਿੱਚ 1160 ਲੈਕਚਰਰ ਦੀ ਭਰਤੀ ਕੀਤੀ ਹੈ। ਇਹ ਠੀਕ ਆ ਵੀ ਮਾੜਾ ਮੋਟਾ ਉਹਦੇ 'ਚ ਰੌਲਾ ਕੀ ਸੀਗਾ ਕਿ 20 ਨੰਬਰ ਜਿਹੜੇ ਇੰਟਰਵਿਊ ਦੇ ਹੁੰਦੇ ਆ, ਉੱਥੇ ਬੇਸਿਕਲੀ ਫੇਵਰਟਿਜ਼ਮ ਵੀ ਹੁੰਦਾ ਅਤੇ ਕਰਪਸ਼ਨ ਵੀ ਹੁੰਦੀ ਹੈ। ਮੈਂ 20 ਦੇ 20 ਕੱਢ ਦਿੱਤੇ। ਮੈਂ ਕਿਹਾ ਜਿਹੜਾ ਬੱਚਾ ਵੀ ਮੈਰਿਟ 'ਤੇ ਆਊਗਾ ਤੇ ਉਹ ਆ ਜਾਵੇ। ਮੈਂ ਐਕਚੁਅਲੀ ਮੈਂ ਤਾਂ ਈਵਨ ਕਿ ਉਹਦੇ ਵਿੱਚ ਸਾਡੇ ਇੱਥੇ ਇੰਨੀ ਜ਼ਿਆਦਾ ਬੇਰੋਜ਼ਗਾਰੀ ਹੈ ਕਿ Yes, ਇੱਕ definitely. ਪੋਸਟ ਪਿੱਛੇ ਹਜ਼ਾਰਾਂ ਬੈਠੇ ਹੋਣ। ਆਈ ਡੂ ਐਗਰੀ। तो फिर उन्हें लगता है कि मैं रह गया। हर बंदा अपनी तो पूरी कोशिश करता ही है। ਉਹਦੇ ਲਈ ਵੀ ਮੈਂ ਜਿਹੜੇ ਹੈਗੇ ਆ ਵਾਈਸ ਚਾਂਸਲਰ ਆਫ ਡਿਫਰੈਂਟ ਯੂਨੀਵਰਸਿਟੀਜ਼ ਦੇ, ਪ੍ਰਾਈਵੇਟ ਦੇ ਵੀ ਸਰਕਾਰੀ ਦੇ ਵੀ, ਮੈਂ ਉਹਨਾਂ ਨੂੰ ਇੱਕ ਦਿਨ ਮੀਟਿੰਗ ਕੀਤੀ। ਦੈਨ ਆਈ ਕਾਲਡ ਫਿਊ ਬਿਜ਼ਨਸ ਪਰਸਨਸ ਜਿਹੜੇ ਇੰਡਸਟਰੀਲਿਸਟ ਆ, ਕਿਉਂਕਿ ਇੰਡਸਟਰੀਲਿਸਟ ਕਹਿੰਦਾ ਮੈਨੂੰ ਬੱਚਾ ਨਹੀਂ ਕੰਮ ਵਾਲਾ ਮਿਲ ਰਿਹਾ, ਬੱਚਾ ਕਹਿੰਦਾ ਮੈਨੂੰ ਨੌਕਰੀ ਨਹੀਂ ਮਿਲ ਰਹੀ। ਦੇਖੋ ਚਾਈਨਾ ਨੇ ਕੀ ਕੀਤਾ, ਚਾਈਨਾ ਨੇ ਆਪਣੇ ਹਿਊਮਨ ਰਿਸੋਰਸਿਸ ਨੂੰ ਇੰਡਸਟਰੀ ਨਾਲ ਮਿਲਾ ਕੇ ਉਹਨਾਂ ਨੂੰ ਕੋਰਸਿਸ ਉਹੋ ਜਿਹੇ ਡਿਜ਼ਾਈਨ ਕਰਾ ਕੇ ਤਾਂ ਉਹਨਾਂ ਨੂੰ ਕੰਮ ਦੇ ਦਿੱਤਾ। ਉਹਦੇ ਨਾਲ ਉਹਨਾਂ ਦਾ ਜਿਹੜਾ ਹਿਊਮਨ ਰਿਸੋਰਸਿਸ ਆ ਉਹ ਵੀ ਰੋਟੀ ਪਾਣੀ ਜੋਗਾ ਹੋ ਗਿਆ, ਪਲੱਸ ਉਹਨਾਂ ਨੇ ਆਪਣੇ ਕੰਟਰੀ ਨੂੰ ਕਿੱਥੇ ਲੈ ਗਏ। ਅੱਛਾ, ਸਿਮਿਲਰਲੀ ਸਾਨੂੰ ਕਰਨਾ ਪਊਗਾ, ਸਟਾਰਟਅਪਸ 'ਤੇ ਸਾਨੂੰ ਕੰਮ ਕਰਨਾ ਪਊਗਾ। ਅਸੀਂ ਬੇਸਿਕਲੀ ਉਸ ਫਿਕਸ ਮਾਈਂਡ 'ਚੋਂ ਸਾਨੂੰ ਨਿਕਲਣ ਦੀ ਜ਼ਰੂਰਤ ਹੈਗੀ ਆ। ਸਾਨੂੰ ਸਾਡੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਇਹਨੂੰ ਡਿਜ਼ਾਈਨ ਅੱਜ ਸਮੇਂ ਦੇ ਹਾਣੀ ਬਣਾਉਣਾ ਪਊਗਾ। ਜੋ ਅਸੀਂ ਐਜੂਕੇਸ਼ਨ ਪਾਲਿਸੀ ਦੀ ਗੱਲ ਕਰੀ, ਤੁਸੀਂ ਇੱਕ ਚੇਂਜ ਲਿਆ ਜਿਹੜਾ ਪੰਜਾਬੀਆਂ ਨੂੰ ਦਿਲ 'ਚ ਬੜਾ ਚੰਗਾ ਲੱਗਿਆ। ਤੁਸੀਂ ਪੰਜਾਬੀ ਨੂੰ ਹਰ ਜਗ੍ਹਾ ਕੰਪਲਸਰੀ ਕਰ ਦਿੱਤਾ ਹੈ। ਸੋ ਇਹ ਤੁਹਾਡੇ ਦਿਮਾਗ 'ਚ ਕਿੱਦਾਂ ਆਇਆ? ਨਹੀਂ ਦੇਖੋ, ਮੈਨੂੰ ਲੱਗਦਾ ਕਿ ਜਿਹੜੀ ਤੁਹਾਡੀ ਮਾਂ ਬੋਲੀ ਆ, ਮੈਂ ਨਹੀਂ ਕਹਿੰਦਾ ਦੁਨੀਆ ਦੀ ਜਿਹੜੀ ਮਰਜ਼ੀ ਲੈਂਗੁਏਜ ਸਿੱਖੋ, ਪਰ ਆਪਣੀ ਮਾਂ ਬੋਲੀ ਨੂੰ ਭੁਲਾਇਆ ਨਹੀਂ ਜਾ ਸਕਦਾ। ਹਾਂ, ਲੇਕਿਨ ਉਹਨੂੰ ਸਮੇਂ ਦਾ ਹਾਣੀ ਵੀ ਬਣਾਉਣ ਦੀ ਜ਼ਰੂਰਤ ਹੈ। ਐਕਚੁਅਲੀ ਅਸਲੀ ਜਦੋਂ ਮੈਂ ਦੇਖਿਆ, ਮੈਂ ਕਿਹਾ ਯਾਰ ਪੰਜਾਬੀ ਭਾਸ਼ਾ ਦਾ ਆਫਿਸ ਉੱਥੇ 300 ਸਾਲ ਪੁਰਾਣੇ ਵੀ ਨਿਮਰਤ ਜੀ ਖੜ੍ਹੇ ਪਏ ਆ, ਕਿਸੇ ਨੇ ਉਹਦੀ ਪ੍ਰਿੰਟਿੰਗ ਨਹੀਂ ਕਰਾਈ। ਬੜੀਆਂ ਬਹੁਮੁੱਲੀਆਂ ਕਿਤਾਬਾਂ ਉੱਥੇ ਪਈਆਂ, ਉਹਨੂੰ ਕਿਸੇ ਨੇ ਡਿਜੀਟਲਾਈਜ਼ ਨਹੀਂ ਕੀਤਾ। ਅੱਛਾ, ਫਿਰ ਜਦੋਂ ਮੈਂ ਥੋੜ੍ਹਾ ਜਿਹਾ ਹੋਰ ਦੇਖਿਆ ਬਈ 23 ਜ਼ਿਲ੍ਹਿਆਂ ਦੇ ਵਿੱਚੋਂ 21 ਜ਼ਿਲ੍ਹਿਆਂ ਦੇ ਵਿੱਚ ਭਾਸ਼ਾ ਅਫਸਰ ਹੀ ਹੈ ਨਹੀਂ। ਤੇ ਨਾਲੇ ਅਸੀਂ ਅੱਜ ਆਪਣੇ ਸਿੰਗਰਸ ਨੂੰ ਬਲੇਮ ਕਰਦੇ ਹਾਂ ਕਿ ਇਹਦੀ ਪੰਜਾਬੀ ਮਾੜੀ, ਉਹਨਾਂ ਨੂੰ ਸਿਖਾਇਆ ਤਾਂ ਜੋ ਉਹੀ ਹੋ ਜਾਏਗਾ। ਅਸੀਂ ਜਿੰਨਾ ਚਿਰ ਉਹਨਾਂ ਨੂੰ ਚੰਗਾ ਕਲਚਰ ਨਹੀਂ ਦਿੰਦੇ, ਜਿੰਨਾ ਚਿਰ ਅਸੀਂ ਬੁੱਕਸ ਜਿਹੜੀਆਂ ਚੰਗੀਆਂ ਬੁੱਕਸ ਹੈ ਉਹਦਾ ਪੰਜਾਬੀ ਜ਼ੁਬਾਨ ਦੇ ਵਿੱਚ ਉਲਥਾ ਕਰਾ ਕੇ ਨਹੀਂ ਦਿੰਦੇ, ਅਸੀਂ ਉਹਨੂੰ ਡਿਜੀਟਲਾਈਜ਼ ਨਹੀਂ ਕਰਦੇ, ਬੱਚਿਆਂ ਨੂੰ ਚੰਗਾ ਮਟੀਰੀਅਲ ਨਹੀਂ ਮਿਲਦਾ। ਮਤਲਬ ਮੈਂ 1000 ਬੱਚਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਵਿੱਚ ਅਪੀਅਰ ਹੋਇਆ PCS ਲਈ, ਜਿਹਨੇ ਪੰਜਾਬੀ ਆਪਟ ਕੀਤੀ, ਉਹ ਸਿਰਫ 102 ਬੱਚੇ ਸੀ। ਔਰ 102 ਬੱਚਿਆਂ ਵਿੱਚੋਂ ਨਿਮਰਤ ਜੀ 90 ਬੱਚੇ ਪੰਜਾਬੀ 'ਚੋਂ ਫੇਲ ਹੋ ਗਏ, ਜਿਨ੍ਹਾਂ ਨੇ ਈਵਨ ਕਿ ਆਪਟ ਕੀਤੀ ਸੀ। ਇਹਦਾ ਮਤਲਬ ਇਹ ਹੋਇਆ ਵੀ ਸਾਡੇ ਸਕੂਲ ਲੈਵਲ 'ਤੇ ਪੰਜਾਬੀ ਜ਼ੁਬਾਨ ਦਾ ਜਿਹੜਾ ਨਿਗਾਰ ਹੈ ਉਹ ਬਹੁਤ ਜ਼ਿਆਦਾ ਹੈਗਾ। ਕਈ ਜਗ੍ਹਾ 'ਤੇ ਤਾਂ ਇੱਥੋਂ ਤੱਕ ਵੀ ਹੈਗਾ ਕਿ ਬੱਚਿਆਂ ਨੂੰ ਪੰਜਾਬੀ ਬੋਲਣ 'ਤੇ ਸ਼ਾਇਦ ਉਹਦੇ ਵਿੱਚ ਇਹੋ ਜਿਹਾ ਕੰਪਲੈਕਸ ਪੈਦਾ ਕੀਤਾ ਜਾਂਦਾ ਵੀ ਸ਼ਾਇਦ ਪੰਜਾਬੀ ਕੋਈ ਘਟੀਆ ਜ਼ੁਬਾਨ ਹੈ ਜੀ, ਬਈ ਪੰਜਾਬੀ ਨੇ ਦੁਨੀਆ 'ਤੇ ਹਰ ਕੰਮ ਕੀਤਾ। ਅੱਛਾ, ਫਿਰ ਅਸੀਂ ਕਿੱਦਾਂ, ਕਿਉਂਕਿ ਆਪਣੀ ਮਾਂ ਬੋਲੀ ਨੂੰ ਕਿਵੇਂ ਛੱਡ ਦਈਏ? ਹਾਂ, ਇਹਨੂੰ ਸਮੇਂ ਦਾ ਹਾਣੀ ਬਣਾਉਣਾ, ਇਹਨੂੰ ਉਸ ਲੈਵਲ ਤੱਕ ਲੈ ਕੇ ਜਾਣਾ। ਦੇਖੋ ਚਾਈਨਾ ਨੇ ਚਾਈਨੀਜ਼ ਦੇ ਵਿੱਚ ਕੀਤਾ, ਜੈਪਨੀਜ਼ ਨੇ ਕੀਤਾ, ਫਰੈਂਚ ਨੇ ਕੀਤਾ। ਅੱਛਾ, ਬਹੁਤ ਇੰਗਲਿਸ਼ ਅਡਾਪਟ ਕਰਨੀ ਜ਼ਰੂਰੀ ਹੈ, ਬਟ ਨਾਟ ਐਟ ਦਾ ਕਾਸਟ ਆਫ ਆਪਣੀ। ਜੇ ਤੁਸੀਂ ਜੜ੍ਹਾਂ ਨਾਲ ਜੁੜੇ ਹੋਗੇ ਤਾਂ ਆਪਣੀ ਜ਼ੁਬਾਨ ਨਹੀਂ ਛੱਡਣੀ ਚਾਹੀਦੀ। ਤੁਸੀਂ ਬਾਕੀ ਜਿਹੜੀ ਸਿੱਖ ਲਓ, ਕੋਈ ਪ੍ਰੋਬਲਮ ਨਹੀਂ ਹੈ।
ਪਰ ਇਹ ਤੁਹਾਡੇ ਸਾਹਮਣੇ, ਤੁਸੀਂ ਅਕਾਲੀ ਦਲ ਵਿੱਚ ਵੀ ਰਹੇ ਹੋ, ਤੁਹਾਡੇ ਸਾਹਮਣੇ ਤੁਸੀਂ ਕਦੀ ਪਹਿਲਾਂ ਇਹੋ ਜਿਹਾ ਪ੍ਰਪੋਜ਼ਲ ਨਹੀਂ ਲਿਆਏ? ਨਹੀਂ, ਮੈਂ ਤਾਂ ਬਹੁਤ ਵਾਰੀ, ਦੇਖੋ ਮੇਰੇ ਤਾਂ ਫੰਡੇ ਤਾਂ ਬੜੇ ਕਲੀਅਰ ਹੈ ਵੀ ਜਿੱਥੇ ਮੈਂ ਰਹਿਣਾ ਮੈਂ ਉੱਥੇ ਉਹਨੂੰ ਕਹਿਣਾ ਯਾਰ ਆ ਕਰਨਾ ਚਾਹੀਦਾ। ਮੈਂ ਤਾਂ ਬਹੁਤ ਕੁਝ ਕਿਹਾ, ਪਰ ਉਹਦੇ ਵਿੱਚੋਂ ਹੁਣ ਜਦੋਂ ਮੈਨੂੰ ਓਪਰਚੁਨਿਟੀ ਮਿਲੀ ਤੇ ਮੈਂ ਦੇਖਿਆ ਵੀ ਯਾਰ ਮਹੀਨੇ 2 ਹੈਗੇ ਆ ਜਾਂ 2.5 ਮਹੀਨੇ ਹੈਗੇ ਆ, ਲੈਟ ਅਸ ਮੂਵ ਫਾਰਵਰਡ। ਕਿਉਂਕਿ ਮੈਂ ਹਮੇਸ਼ਾ ਅੱਧਾ ਭਰਿਆ ਹੋਇਆ ਗਲਾਸ ਦੇਖਦਾ, ਅੱਧਾ ਖਾਲੀ ਨਹੀਂ ਦੇਖਦਾ। ਕਿਉਂਕਿ ਬਹੁਤੇ ਬੰਦੇ ਤਾਂ ਕ੍ਰਿਬ ਕਰੀ ਜਾਂਦੇ ਆ ਵੀ ਦੇਖੋ ਜੀ ਇੱਦਾਂ ਹੋ ਗਿਆ ਜੀ, ਇੱਦਾਂ ਹੋ ਜਾਊਗਾ ਜੀ। ਨਾ, ਜਿਹੜੀ ਚੀਜ਼ ਹੋ ਸਕਦੀ ਆ ਉਹ ਕਿਉਂ ਨਹੀਂ ਹੋ ਸਕਦੀ? ਕੇਜਰੀਵਾਲ ਜੀ ਤੇ ਤਾਂ ਪੰਜਾਬੀ ਬੈਨ ਕਰਤੀ ਸੀ ਦਿੱਲੀ ਪਿੱਛੇ ਜਾਏ, ਤੇ ਫਿਰ ਉਹ ਪੰਜਾਬੀ ਦੀ ਗੱਲ ਕਰਦੇ। ਐਕਚੁਅਲੀ ਅਸਲੀ ਗੱਲ ਹੈ, ਇੰਨੇ ਮਲਟੀ ਫੇਸਡ ਬੰਦੇ ਹੈਗੇ ਆ ਬਈ ਮੈਂ ਕਹਿੰਦਾ ਚੰਗੀ ਪੋਲੀਟਿਕਸ ਕਰੋ, ਮੈਂ ਨਹੀਂ ਕਹਿੰਦਾ। ਕਿਉਂਕਿ ਦੇਖੋ ਜਿਹੜੀ ਡੈਮੋਕ੍ਰੇਸੀ ਆ ਉਹਦੇ ਵਿੱਚ ਚੰਗੇ ਬੰਦੇ ਜਦੋਂ ਤੱਕ ਨਹੀਂ ਆਉਂਦੇ ਉਦੋਂ ਤੱਕ ਬਦਲਾਅ ਨਹੀਂ ਆਉਂਦਾ। ਕਈ ਵਾਰੀ ਖੜੋਤ ਆ ਜਾਂਦੀ ਸਿਸਟਮ ਦੇ ਵਿੱਚ। ਪਰ ਇਹਦਾ ਇੱਕ ਬੈਨੀਫਿਟ ਤਾਂ ਹੋਇਆ, ਜਿਹੜੀ ਇਹ ਡਿਬੇਟ ਚੱਲੀ ਹੋਈ ਹੈ ਕਿ ਵੀ ਸਕੂਲਾਂ ਤੇ ਧਿਆਨ ਤੇ ਗੱਲ ਤੇ ਕਰ ਰਹੇ ਹਾਂ। ਪਹਿਲਾਂ ਕਦੀ ਇਲੈਕਸ਼ਨ ਵਿੱਚ ਸਕੂਲਾਂ ਬਾਰੇ ਗੱਲ ਹੀ ਨਹੀਂ ਨਹੀਂ, ਕੀਤੀ। ਚੰਗੀ ਗੱਲ ਹੈ। ਮੈਂ ਤਾਂ ਮਾਂ ਬੋਲੀ ਬਾਰੇ ਗੱਲ ਹੋ ਰਹੀ ਹੈ ਤਾਂ ਕਦੀ ਆਇਆ ਹੀ ਨਹੀਂ ਸੀ ਇਹ ਚੀਜ਼ਾਂ। ਦੇਖੋ ਮੈਂ ਤਾਂ ਕਹਿੰਦਾ ਸਮਾਂ ਤੇ ਇਹ ਡਿਬੇਟ ਹੋਵੇ, ਅਸੀਂ ਆਟਾ ਚਾਵਲ ਦਾਲ ਆਲੂ ਘਿਓ ਉੱਤੇ ਫੜੇ ਹੋਏ ਸੀ। ਅੱਜ ਪਹਿਲੀ ਵਾਰੀ ਹੈਗਾ ਕਿ ਇੰਨੇ ਸਾਲਾਂ ਬਾਅਦ। ਨਿਮਰਤ ਜੀ, ਬੇਸਿਕਲੀ ਦੁਨੀਆ ਦੇ ਉੱਤੇ ਇਹ ਐਂਡ ਆਫ ਦਾ ਡੇ ਉਹ ਬੰਦਾ ਬਣਾਉਂਦੇ ਆ। ਉਹਨਾਂ ਦਾ ਮਾਨਸਿਕਤਾ ਕੀ ਆ? ਮੈਂ ਦੁਨੀਆ ਦੇ ਕਈ ਕੰਟਰੀਜ਼ ਜਿਹੜੇ ਆਪਣੇ ਆਪ ਨੂੰ ਫਸਟ ਵਰਲਡ ਕੰਟਰੀ ਕਹਿੰਦੇ ਆ, ਉਹਨਾਂ ਦੇ ਜੇ ਬਜਟ ਤੇ ਮੈਂ ਝਾਤ ਮਾਰਾਂ, ਉਹਨਾਂ ਦੇ 10 ਤੋਂ 15% ਆਫ देयर ਟੋਟਲ ਬਜਟ ਉਹ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਤੇ ਲਾਉਂਦੇ ਆ। ਸਾਡੇ ਬਜਟ ਦਾ ਕਿੰਨਾ ਹਿੱਸਾ ਐਜੂਕੇਸ਼ਨ ਜਾਂਦਾ? ਬਿਕੋਜ਼ ਇੱਥੇ ਵੀ ਅਗੇਨ ਆ ਕੇ ਮੈਂ ਤਾਂ ਕਹਿੰਦਾ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਹਿਊਮਨ ਰਿਸੋਰਸਿਸ ਐਂਡ ਡਿਵੈਲਪਮੈਂਟ ਦੇ ਵਿੱਚ 1000 ਰੁਪਏ 7 ਪੈਸੇ ਲੱਗਦੇ ਆ। ਤੁਸੀਂ ਇਮੇਜਿਨ ਕਰੋ ਕਿ ਉਹ ਕੰਟਰੀ ਜਿਹੜੇ ਆਪਣੇ ਟੋਟਲ ਬਜਟ ਦਾ 10 ਤੋਂ 15% ਉਹ ਹਿਊਮਨ ਰਿਸੋਰਸਿਸ, ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਦਾ ਜਿਹੜਾ ਥਾਟ ਪ੍ਰੋਸੈਸ ਹੈ ਉਹ ਬੰਦਾ ਬਣਾਉਣ ਤੇ ਆ, ਬਿਲਡਿੰਗ ਬਣਾਉਣ ਤੇ ਨਹੀਂ। ਉਹਨਾਂ ਨੂੰ ਇਹ ਆ ਕਿ ਜੇ ਬੰਦਾ ਚੰਗਾ ਬਣ ਗਿਆ, ਸਮੇਂ ਦਾ ਹਾਣੀ ਬਣ ਗਿਆ, ਉਹਨੇ ਸਾਰਾ ਕੁਝ ਬਣਾ ਲਿਆ। ਇੱਕ ਰਿਸਰਚ ਹੋਈ ਸੀ ਲੰਡਨ ਵਿੱਚ ਕਿ ਜਿਹੜੇ ਹੋਮਲੈਸ ਲੋਕਾਂ ਨੂੰ ਘਰ ਦੋ, ਕੰਮ ਦੋ, ਉਹ ਸਰਕਾਰ ਦਾ ਖਰਚਾ ਘਟਦਾ ਐਕਚੁਅਲੀ, ਬਿਕੋਜ਼ ਜਦੋਂ ਬੰਦਾ ਕੰਟਰੀਬਿਊਟ ਕਰਦਾ ਤੇ ਉਹ ਕੰਟਰੀਬਿਊਟ ਕਰਦਾ। ਮੈਂ ਤਾਂ ਹੀ ਕਿਹਾ ਵੀ ਇਹ ਕੋਈ ਬੋਝ ਨਹੀਂ ਹੈ, ਇਹ ਇਨਵੈਸਟਮੈਂਟ ਹੈ ਸਾਡੀ ਯੰਗ ਜਨਰੇਸ਼ਨ ਤੇ। ਇਹਦਾ ਸਿਰਫ ਇਹ ਕਿ 2-4 ਸਾਲ ਲੱਗਦੇ ਆ ਉਹਨੂੰ ਤੁਹਾਡੇ ਤੇ। ਨਹੀਂ, ਉਹਨੂੰ ਦੇਖੋ ਸਾਨੂੰ ਥਾਟ ਪ੍ਰੋਸੈਸ ਨੂੰ ਚੇਂਜ ਕਰਨਾ ਪਊਗਾ। ਹੁਣ ਸਾਡਾ ਟੋਟਲ 38% ਬਜਟ ਤਾਂ ਬੇਸਿਕਲੀ ਅਸੀਂ ਡਿਫੈਂਸ ਤੇ ਲਾਉਂਦੇ ਹਾਂ। ਦੇਖੋ ਨਾ, ਅੱਛਾ ਪਾਕਿਸਤਾਨ ਕਿੰਨਾ ਲਾਉਂਦਾ? 80%। ਦੋਨੋਂ ਕੰਟਰੀਜ਼ ਦੋਨਾਂ ਦਾ ਹਾਲਾਤ ਦੇਖਦੇ, ਦੋਨਾਂ ਦੇ ਹਾਲਾਤ ਦੇਖਦੇ ਆ। ਅੱਛਾ, ਨਾ ਉਹਨਾਂ ਨੂੰ ਵਿਸ਼ਵਾਸ ਆ ਸਾਡੇ ਤੇ, ਨਾ ਸਾਨੂੰ ਵਿਸ਼ਵਾਸ ਆ ਉਹਨਾਂ ਤੇ। ਅੱਛਾ, ਕੌਣ ਲੜਾਉਂਦਾ? ਇਹ ਜਿਹੜੀਆਂ ਫਸਟ ਵਰਲਡ ਕੰਟਰੀਜ਼ ਆ ਜਿਨ੍ਹਾਂ ਨੇ ਉਹ ਸਪਲਾਈ ਕਰਨਾ ਹੁੰਦਾ। ਕਿਉਂਕਿ ਅਲਟੀਮੇਟਲੀ ਸਾਡੇ ਯੂਪੀ ਵਿੱਚ ਗੰਦ ਬਣਨਗੀਆਂ ਤਾਂ ਕੀ ਹਾਲ ਹੋਏਗਾ? ਉਹਨਾਂ ਦੀ ਇੰਡਸਟਰੀ ਜਿਹੜੀ ਆ, ਕਿਉਂਕਿ ਉਹਦੇ ਤੋਂ ਬੈਨੀਫਿਟ ਹੁੰਦੀ ਆ। ਸਾਨੂੰ ਜਦੋਂ ਤੱਕ ਅਸੀਂ ਕੰਟਰੀ ਦਾ ਨਹੀਂ ਸੋਚਦੇ, ਸਾਡੇ ਸੂਬੇ ਦਾ ਨਹੀਂ ਸੋਚਦੇ, ਅਸੀਂ ਉਹਦੀ ਫਾਈਨੈਂਸ਼ੀਅਲ ਐਂਗਲ ਨਹੀਂ ਸੋਚਦੇ, ਤਾਂ ਅਸੀਂ ਹੌਲੀ ਹੌਲੀ ਬੇਸਿਕਲੀ ਜਿਹੜੇ ਐਕਚੁਅਲੀ ਡਿਫਰੈਂਟ ਆਸਪੈਕਟ ਹੈਗੇ ਆ ਉਹਦੇ 'ਚ ਅਸੀਂ ਹੌਲੀ ਹੌਲੀ ਕੰਪਰੋਮਾਈਜ਼ ਕਰਕੇ ਥੱਲੇ ਆ ਜਾਵਾਂਗੇ। ਲੇਕਿਨ ਮੈਨੂੰ ਇੰਨਾ ਯਕੀਨ ਹੈ ਕਿ ਪੰਜਾਬੀ ਹਮੇਸ਼ਾ ਬਾਉਂਸ ਬੈਕ ਕਰਦਾ। ਅਸੀਂ ਕਰ ਸਕਦੇ ਹਾਂ, ਸਾਡੀ ਇਹ ਯੰਗ ਜਨਰੇਸ਼ਨ ਕਰ ਸਕਦੀ ਹੈ। ਸਾਡੇ ਟੀਚਰ, ਦੇਖੋ ਟੀਚਰ ਹਮੇਸ਼ਾ ਨੇਸ਼ਨ ਬਿਲਡ ਦਾ ਕੰਮ ਕਰਦੇ ਆ। ਬਿਲਕੁਲ। ਔਰ ਮੈਂ ਨਹੀਂ ਸਮਝਦਾ ਕਿ ਕਿਸੇ ਟੀਚਰ ਨੂੰ ਉਹਨੂੰ ਅਨਕੰਫਰਟੇਬਲ ਕੀਤਾ ਜਾਵੇ। ਇੱਥੇ ਮੈਂ ਇਹ ਵੀ ਕਿਹਾ ਜਾਂਦਾ ਕਿ ਵੀ ਪੰਜਾਬ ਵਿੱਚ ਟੀਚਰਾਂ ਨੂੰ ਪੋਲੀਓ ਡ੍ਰੌਪਸ ਹਰ ਐਡਮਿਨਿਸਟ੍ਰੇਟਿਵ ਕੰਮ ਲਈ ਦਿੱਤਾ ਜਾਂਦਾ ਹੈਗਾ। ਨਹੀਂ, ਇਹ ਰਾਦਰ ਓਵਰਵਰਕਡ ਹੈਗੇ ਆ। ਕਿਉਂਕਿ ਅਸੀਂ ਕਈ ਵਾਰੀ ਨਾ ਅਸੀਂ ਟੀਚਰਸ ਨੂੰ ਇਗਨੋਰ, ਮੇਰਾ ਅੱਜ ਵੀ ਜਿਹੜਾ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀ ਉਹਨਾਂ ਦੀ ਡੈਥ ਹੋ ਗਈ ਆ, ਸਰਦਾਰ ਮੁਖਤਿਆਰ ਸਿੰਘ ਸੀਗੇ। ਮੈਂ ਉਹਨਾਂ ਕਰਕੇ ਆ ਜੋ ਹੈਗਾ। ਮੇਰੇ ਹੈਡਮਾਸਟਰ ਸੀਗੇ ਸਰਦਾਰ ਦਲਜੀਤ ਸਿੰਘ, ਮੈਂ ਉਹਨਾਂ ਕਰਕੇ ਆ ਜੋ ਹੈਗਾ। ਕਿਉਂਕਿ ਅਲਟੀਮੇਟਲੀ ਬੱਚਾ ਪੇਰੈਂਟਸ ਨਾਲੋਂ ਵੀ ਵੱਧ ਜਿਹੜਾ ਉਹ ਸਕੂਲ ਦੇ ਵਿੱਚ ਰਹਿੰਦਾ, ਟੀਚਰ ਦੇ ਵਿੱਚ ਰਹਿੰਦਾ, ਉਹ ਰੋਲ ਮਾਡਲ ਹੁੰਦੇ ਆ। ਆਈ ਨੋ ਅਸੀਂ ਚੰਡੀਗੜ੍ਹ ਵਿੱਚ ਸੀ, ਮਿਸ ਕਰਮ ਸਿੰਘ ਹੁੰਦੇ ਸੀਗੇ, ਇੰਟਰਨੈਸ਼ਨਲੀ ਅਕਲੇਮਡ ਪ੍ਰਿੰਸੀਪਲ ਸੀ। ਉਹਨਾਂ ਨੇ ਪੰਜਾਬੀ ਸਿਖਾਉਣੀ, ਅਸੀਂ ਉਸੇ ਸਕੂਲ 'ਚ ਕਿ ਪੰਜਾਬੀ ਸਿੱਖਣੀ ਹੈ, ਸਿੱਖੀ, ਡਿਵਿਨਿਟੀ ਪਾਰਟ, ਹਰ ਚੀਜ਼ ਉਹਦਾ ਮੀਨਿੰਗ ਸਿਖਾਉਣੇ। ਸੋ ਇਸ ਲਈ ਉਹਦਾ ਅਸਰ ਰਿਹਾ ਹੈਗਾ। ਨਹੀਂ, ਉਹਦਾ ਅਸਰ ਰਹਿੰਦਾ ਹੈਗਾ। ਅੱਛਾ, ਬੇਸਿਕਲੀ ਤਾਂ ਬੱਚਾ ਇਹ ਫੀਲ ਕਰੇ ਵੀ ਮੈਂ ਸਕੂਲ ਦੇ ਵਿੱਚ ਜਾਣਾ। ਉਹਦੇ ਵਿੱਚ ਕ੍ਰੀਏਟੀਵਿਟੀ ਐਕਚੁਅਲੀ ਜਿਹੜਾ ਬਹੁਤ ਫਿਕਸ ਚੀਜ਼ਾਂ ਹੈਗੀਆਂ, ਕਿਉਂਕਿ ਸਾਨੂੰ ਕੁਝ ਚੀਜ਼ਾਂ ਬਦਲਣੀਆਂ ਪੈਣਗੀਆਂ। ਸਾਨੂੰ ਦੇਖੋ ਪਿਛਲੇ 500 ਸਾਲ ਉਨੀ ਟ੍ਰਾਂਜੀਸ਼ਨ ਨਹੀਂ ਹੋਈ ਜਿੰਨੇ ਪਿਛਲੇ 25-30 ਸਾਲਾਂ 'ਚ ਹੋ ਗਈ। ਕਿਉਂਕਿ ਟੈਕਨੋਲੋਜੀ ਜਿੰਨਾ ਵੀ ਸਾਰਾ ਕੁਝ ਸਿਸਟਮ ਹੈ ਉਹ ਬਦਲਿਆ ਹੈਗਾ। ਉਸ ਬਦਲਾਅ ਦੇ ਨਾਲ ਸਾਨੂੰ ਸਮੇਂ ਦਾ ਹਾਣੀ ਤਾਂ ਬਣਨਾ ਪਊਗਾ। ਸਮੇਂ ਦਾ ਹਾਨੀ ਬਣਨਾ ਪਏਗਾ। ਬਟ ਅੱਜ ਜੇ ਹੁਣ ਚੋਣਾਂ ਸਿਰ ਤੇ ਖੜੀਆਂ, ਤੁਹਾਡੇ ਕੋਲ ਬਹੁਤ ਘੱਟ ਸਮਾਂ ਰਹਿ ਗਿਆ ਹੈਗਾ ਆਪਣੇ ਬਦਲਾਅ ਲਿਆਉਣ ਦਾ, ਤਾਂ ਲੱਗਦਾ ਕਿ ਲੋਕ ਦੁਬਾਰਾ ਮੌਕਾ ਦੇਣਗੇ? ਇਹ ਤਾਂ ਲੋਕਾਂ 'ਤੇ ਡਿਪੈਂਡ ਕਰਦਾ ਨਾ। ਜਿਹੜੀ ਗੱਲ ਲੋਕਾਂ 'ਤੇ ਡਿਪੈਂਡ ਕਰਦੀ ਉਹਦੇ ਤਾਂ ਮੈਂ ਤਾਂ ਦੇਖੋ ਮੇਰਾ ਬੇਸਿਕ ਕੰਮ ਕੀ ਆ ਕਿ ਆਪਣਾ ਕਰਮ ਕਰੋ,
ਜਿੱਥੇ ਜਿੰਨਾ ਸਮਾਂ ਮਿਲਦਾ, ਮੈਨੂੰ ਹਾਕੀ 'ਚ 5 ਮਿੰਟ ਵੀ ਮਿਲ ਜਾਂਦੇ ਸੀ, ਆਪਾਂ ਠੋਕ ਦਈਦਾ ਹੀ ਕੰਮ। ਲੇਕਿਨ ਇਹ ਆ ਕਿ ਹਾਂ ਪੋਜ਼ਿਟਿਵ, ਅੱਛਾ ਇਹ ਤਾਂ ਲੋਕਾਂ 'ਤੇ ਡਿਪੈਂਡ ਕਰਦਾ ਨਾ, ਲੇਕਿਨ ਇੱਕ ਪਾਸੇ ਨੂੰ ਤਾਂ ਤੋਰੀਏ ਕੰਮ, ਉਧਰ ਨੂੰ ਸੋਚ ਤਾਂ ਬਣਾਈਏ ਕਿ ਜਿਹੜਾ ਕੋਈ ਹੋਰ ਆਊਗਾ, ਹੋਰ ਜੇ ਚੰਗੀ ਸੋਚ ਵਾਲਾ ਹੋਊਗਾ ਅੱਗੇ ਵਧਾ ਲੂਗਾ, ਜੇ ਨਹੀਂ ਚੰਗੀ ਸੋਚ ਵਾਲਾ ਹੋਊਗਾ ਉਹ ਪਿੱਛੇ ਨੂੰ ਲੈ ਲੂਗਾ। ਇਹ ਤਾਂ ਡਿਪੈਂਡ ਕਰਦਾ ਕਿ ਲੋਕ ਕੀ ਚਾਹੁੰਦੇ ਆ। ਦੇਖੋ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਕਿ ਪੰਜਾਬ ਹਿੰਦੁਸਤਾਨ ਨੂੰ ਹਮੇਸ਼ਾ ਲੀਡ ਕੀਤਾ। ਮੈਂ ਨਹੀਂ ਕਹਿੰਦਾ ਸਮੇਂ ਤੇ ਜਿੱਦਾਂ ਦਾ ਵੀ ਜਿਹੜਾ ਥਾਟ ਪ੍ਰੋਸੈਸ ਸੀਗਾ, ਬਟ ਕਿਉਂਕਿ ਸਾਨੂੰ ਇਨਕਮ ਵਧਾਉਣੀ ਪਊਗੀ ਪੰਜਾਬ ਦੀ, ਬਿਲਕੁਲ ਸਾਨੂੰ ਪੰਜਾਬ ਦੀ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਨਾ ਪਊਗਾ। ਇਹਦੇ ਵਿੱਚ ਯੂਨੀਫਾਰਮਿਟੀ ਜਿਹੜੀ ਖਾਸ ਕਰਕੇ ਪ੍ਰਾਈਵੇਟ ਸੈਕਟਰ ਆ, ਚੈਰੀਟੇਬਲ ਸੈਕਟਰ ਆ, ਸਰਕਾਰੀ ਸੈਕਟਰ ਆ, ਇਹਨੂੰ ਯੂਨੀਫਾਰਮਿਟੀ 'ਚ ਲਿਆਉਣਾ ਪਊਗਾ। ਈਵਨ ਕਿ ਜੇ ਇੱਕ ਦੂਸਰੇ ਦੀ ਫੈਸਿਲਿਟੀ ਨੂੰ ਯੂਜ਼ ਕਰਕੇ ਵੀ ਅੱਗੇ ਵਧਿਆ ਜਾ ਸਕਦਾ। ਅਲਟੀਮੇਟਲੀ ਬੱਚਾ ਤਾਂ ਸਾਡਾ ਹੀ ਹੈ ਨਾ, ਬਿਲਕੁਲ ਬੱਚਾ ਤਾਂ ਪੰਜਾਬ ਦਾ ਹੀ ਆ, ਚਾਹੇ ਉਹ ਸਰਕਾਰੀ ਸਿਸਟਮ 'ਚ ਪੜ੍ਹਦਾ, ਚਾਹੇ ਉਹ ਪ੍ਰਾਈਵੇਟ ਸਿਸਟਮ ਪੜ੍ਹਦਾ ਹੈਗਾ। ਔਰ ਇਹ ਭਾਵਨਾ ਨਹੀਂ ਪੈਦਾ ਹੋਣ ਦੇਣੀ ਚਾਹੀਦੀ ਬੱਚੇ 'ਚ ਵੀ ਹਾਂ ਵੀ ਪੰਜਾਬੀ ਕਿਸੇ ਤਰ੍ਹਾਂ ਵੀ ਕਿਸੇ ਕੌਮ ਤੋਂ ਜਾਂ ਕਿਸੇ ਜ਼ੁਬਾਨ ਤੋਂ ਇਨਫੀਰੀਅਰ ਹੈ। ਇਹ ਇਨਫੀਰੀਅਰਿਟੀ ਕੰਪਲੈਕਸ ਨੂੰ ਬਹੁਤ ਵਧਾਉਣ ਦੀ ਇਹ ਤਾਂ ਬੇਸਿਕਲੀ ਮੈਂ ਤਾਂ ਰਾਦਰ ਆਪਣੇ ਸੈਕਟਰੀ ਨੂੰ ਕੱਲ੍ਹ ਹੀ ਕਿਹਾ ਹੈਗਾ। ਮੈਨੂੰ ਕੁਛ ਸ਼ਿਕਾਇਤਾਂ ਇੱਦਾਂ ਦੀਆਂ ਵੀ ਆਈਆਂ ਕਿ ਬੱਚਿਆਂ ਦੇ ਗਰੁੱਪ 'ਚ ਪਾ ਦਿੱਤਾ ਜਾਂਦਾ ਵੀ ਉਹ ਫੀਸ ਨਹੀਂ ਦੇ ਸਕਿਆ। ਮੈਂ ਕਿਹਾ ਵੀ ਖਬਰਦਾਰ ਕਿਸੇ ਵੀ ਸਕੂਲ ਨੇ, ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ, ਵੀ ਖਬਰਦਾਰ ਜੇ ਕੋਈ ਇਹ ਕਿਸੇ ਉਹਦੇ ਪੇਰੈਂਟਸ ਨੂੰ ਬੁਲਾ ਕੇ ਕਹੋ, ਪਰ ਬੱਚੇ ਦੇ ਉੱਤੇ ਬੱਚੇ ਉੱਤੇ ਇਹ ਗੱਲ ਨਹੀਂ ਆਉਣੀ ਚਾਹੀਦੀ। ਉਹ ਬੱਚਾ ਨਾ ਮਹਿਸੂਸ ਕਰੇ, ਕਿਉਂਕਿ ਜਦੋਂ ਬੱਚਿਆਂ ਦੇ ਗਰੁੱਪ 'ਚ ਪਾਤਾ ਗਿਆ, ਈਵਨ ਕਿ ਜਿਹੜੀ ਪੰਜਾਬੀ ਜ਼ੁਬਾਨ ਲਈ ਅਸੀਂ ਕਮਿਸ਼ਨ ਬਣਾ ਰਹੇ ਹਾਂ, ਔਰ ਕਮਿਸ਼ਨ ਵੀ ਸਰਕਾਰੀ ਕਮਿਸ਼ਨ ਨਹੀਂ ਹੋਊਗਾ। ਐਕਚੁਅਲੀ ਹੋ ਕੀ ਰਿਹਾ, ਜਿਹੜੀਆਂ ਸਾਡੀਆਂ ਕਈ ਅਥਾਰਟੀਜ਼ ਬਣਦੀਆਂ ਉਹਦੇ ਵਿੱਚ ਜਿਹੜਾ ਰਿਟਾਇਰ ਬਾਬੂ ਆ, ਰਿਟਾਇਰ ਬਿਊਰੋਕਰੈਟ ਆ, ਮੈਂ ਕਹਿੰਦਾ ਉਹ ਵੀ ਵਿੱਚ ਹੋਵੇ, ਪਰ ਉਸ ਫੀਲਡ ਦੇ ਇੰਟੈਲੈਕਚੁਅਲਸ ਵੀ ਹੋਣ ਔਰ ਜਿਹੜੇ ਦਿਲੋਂ ਉਸ ਗੱਲ ਨੂੰ ਚਾਹੁੰਦੇ ਹੋਣ। ਐਕਚੁਅਲੀ ਮੈਂ ਤਾਂ ਹੁਣ ਦੇਖ ਲਿਆ ਇਹ ਬੰਦੇ 'ਤੇ ਡਿਪੈਂਡ ਕਰਦਾ, ਇਹ ਸਿਸਟਮ 'ਤੇ ਡਿਪੈਂਡ ਕੁਛ ਨਹੀਂ ਕਰਦਾ। ਸਿਸਟਮ ਤਾਂ ਉਹਨੂੰ ਫਿਰ ਗੋਲ ਮੋਲ ਕਰਨ ਲੱਗ ਪੈਂਦਾ। ਸਿਸਟਮ ਤੋੜਨਾ ਇੰਨਾ ਔਖਾ ਨਹੀਂ ਹੈ। ਨਹੀਂ ਕੋਈ ਤੋੜਨਾ ਔਖਾ ਨਹੀਂ ਹੈ। ਮੈਂ ਤਾਂ ਇੱਕ ਵਾਰੀ ਜਦੋਂ ਰੇਲਵੇਜ਼ ਦੇ ਵਿੱਚ ਨੌਕਰੀ ਕਰਦਾ ਸੀ, ਮੈਂ ਆਪਣੇ ਬੌਸ ਨੂੰ ਪੁੱਛਿਆ ਵੀ ਸਰ ਆਹ ਕੀ ਰੂਲ ਹੈਗਾ। ਉਹ ਕਹਿੰਦੇ ਪ੍ਰਗਟ ਇੱਕ ਗੱਲ ਯਾਦ ਰੱਖੀ ਵੀ ਰੂਲਸ ਆਰ ਮੇਡ ਫॉर ਦਾ ਫੂਲਸ, ਯੂ ਸ਼ੋ ਮੀ ਦਾ ਫੇਸ ਆਈ ਸ਼ੋ ਯੂ ਦਾ। ਇਹ ਇੱਥੋਂ ਤੱਕ ਗੱਲ ਪਹੁੰਚ ਗਈ ਹੈ। ਲੇਕਿਨ ਉਹਨੂੰ ਅਸਲੀ ਪਿਆਰ ਕਰਨ ਵਾਲੇ, ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿਹੜੇ 5 ਬੰਦੇ ਹੋਣ, ਜਿਨ੍ਹਾਂ ਨੂੰ ਇਹ ਪਤਾ ਹੋਵੇ ਵੀ ਮੈਂ ਸਿਸਟਮ ਨੂੰ ਖਿੱਚ ਕੇ ਕਿੱਦਾਂ ਰੱਖਣਾ। ਕਿਸੇ ਸਕੂਲ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਪੰਜਾਬੀ ਦਾ ਟੀਚਰ ਹੋਣਾ ਚਾਹੀਦਾ। ਸੋ ਜਿਹੜਾ ਇਹ ਅਪਰੋਚ ਹੈਗੀ ਹੈ ਕਿ ਵੀ ਹਾਂ ਸਿਸਟਮ ਤੋੜਨਾ ਬੜਾ ਔਖਾ ਹੈ, ਇੱਦਾਂ ਨਹੀਂ, ਇੱਦਾਂ ਹੀ ਚੱਲਦਾ ਆ ਰਿਹਾ ਹੈ, ਬੜਾ ਟਾਈਮ ਲੱਗੇ, ਤੁਸੀਂ 2 ਮਹੀਨੇ ਵਿੱਚ ਵੀ ਤੋੜਤਾ ਸਿਸਟਮ ਆਪਣੇ। ਨਹੀਂ, ਮੈਂ 1158 ਲੈਕਚਰਰ ਭਰਤੀ ਕਰਤੇ 45 ਦਿਨਾਂ 'ਚ, ਜਿਹੜੇ ਪਿਛਲੇ 1996 ਦੇ ਲਾਸਟ ਭਰਤੀ ਆ ਬੱਚੇ, 1996 ਦੇ, ਮਤਲਬ 25 ਸਾਲ ਦਾ ਸਪੈਨ। ਅੱਛਾ ਗੱਲ ਕੀ ਸੀਗਾ, ਭਰਤੀ ਸ਼ੁਰੂ ਹੋਈ, ਪਹਿਲਾਂ ਤਾਂ ਭਰਤੀ ਸ਼ੁਰੂ ਹੁੰਦਿਆਂ 2 ਸਾਲ ਲੱਗ ਗਏ ਵੀ ਇੱਦਾਂ ਕਰਦੇ ਆ ਜੀ, ਇੱਦਾਂ ਕਰਦੇ, ਇਹਦੇ ਰੂਲ ਆਹ ਬਣਾਉਣੇ, ਇਹਦੇ ਆਹ ਬਣਾਉਣੇ। ਉਹਦੇ ਤੋਂ ਬਾਅਦ ਉਹ ਰਵੀ ਸਿੱਧੂ ਕਾਂਡ ਹੋ ਗਿਆ, ਉਹਦੇ ਤੋਂ ਬਾਅਦ ਉਹ ਫਾਈਲਾਂ ਘੁੰਮਦੀਆਂ ਰਹੀਆਂ। 2012, 13, 14 'ਚ ਫਿਰ ਹੋਰ ਕਿਸੇ ਪਾਸੇ ਨੂੰ ਤੁਰ ਪਿਆ। ਅੱਛਾ ਜੇ ਸਾਡੇ ਕਾਲਜਸ ਦੇ ਵਿੱਚ ਲੈਕਚਰਰ ਹੀ ਨਹੀਂ ਹੋਣਗੇ, ਜੇ ਟੀਚਰ ਹੀ ਨਹੀਂ ਹੋਊਗਾ, ਦੈਨ ਅਲਟੀਮੇਟਲੀ ਆਪਾਂ ਕੀ ਐਕਸਪੈਕਟ ਕਰ ਸਕਦੇ। ਅੱਛਾ ਅਸੀਂ ਸਰੈਂਡਰ ਕਰ ਦਿੱਤਾ ਪ੍ਰਾਈਵੇਟ ਸੈਕਟਰ ਨੂੰ, ਬਈ ਲੈਟ ਅਸ ਵਰਕ ਟੂਗੈਦਰ ਕਿ ਹਾਂ ਵੀ ਪ੍ਰਾਈਵੇਟ ਸੈਕਟਰ ਵੀ ਗਰੋ ਕਰੇ। ਪਰ ਦੁਨੀਆ ਦੇ ਉੱਤੇ ਜਿੱਥੇ ਵੀ ਐਜੂਕੇਸ਼ਨ ਤੇ ਹੈਲਥ, ਇਹ 2 ਸੈਕਟਰ ਹੈਗੇ ਆ ਜਿਨ੍ਹਾਂ 'ਤੇ ਸਰਕਾਰਾਂ ਨੂੰ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ। ਬਿਲਕੁਲ। ਪਰ ਅਨਫੋਰਚੂਨੇਟਲੀ ਕਈ ਕਮੀਆਂ ਹੈਗੀਆਂ, ਸਾਡੇ ਕਈ ਕਮੀਆਂ ਨਹੀਂ, ਬਹੁਤ ਕਮੀਆਂ ਹੈਗੀਆਂ। ਉਹਦੇ ਲਈ ਸਾਨੂੰ ਫਰਮ ਐਡਮਿਨਿਸਟ੍ਰੇਸ਼ਨ ਵੀ ਚਾਹੀਦੀ ਆ। ਜੇ ਬਾਈ ਚਾਂਸ ਕਾਂਗਰਸ ਸਰਕਾਰ ਜਿੱਤ ਗਈ ਦੁਬਾਰਾ, ਤੁਸੀਂ ਇਹੀ ਮੰਤਰਾਲੇ ਲੋਗੇ ਕੋਈ ਹੋਰ ਲੋਗੇ? ਮੇਰੀ ਕੋਸ਼ਿਸ਼ ਤਾਂ ਇਹ ਹੋਊਗੀ। ਅੱਛਾ, ਮੇਰੀ ਕੋਸ਼ਿਸ਼ ਤਾਂ ਇਹ ਹੋਊਗੀ ਕਿਉਂਕਿ ਮੈਂ ਇਹ ਫੀਲ ਕਰਦਾ ਕਿ ਬਾਕੀ ਸਾਰਾ ਕੁਝ ਹੋ ਸਕਦਾ, ਪਰ ਇਹ ਜਿਹੜੇ ਬੱਚੇ ਆ, ਜੇ ਇਹ ਸਮੇਂ ਦੇ ਹਾਣੀ ਨਾ ਬਣੇ। ਦੇਖੋ ਨਾ, ਅਸੀਂ ਹਿਊਮਨ ਰਿਸੋਰਸਿਸ ਜੇ ਮਾੜੀ ਕੁਆਲਿਟੀ ਦਾ ਬਣਾ ਲਿਆ, ਜੇ ਉਹ ਕੰਪੀਟ ਨਾ ਕਰ ਸਕੇ, ਈਵਨ ਕਿ ਮੇਰੇ ਤਾਂ ਇੱਥੋਂ ਤੱਕ ਵੀ ਥਾਟ ਪ੍ਰੋਸੈਸ ਹੈਗਾ ਵੀ ਅਸੀਂ ਉਹਨਾਂ ਦੀ ਡਿਗਰੀ ਨੂੰ ਕਿਉਂ ਨਾ ਇੰਟਰਨੈਸ਼ਨਲੀ ਰਿਕੋਗਨਾਈਜ਼ ਕਰਵਾਈਏ। ਅਸੀਂ ਕਿਉਂ ਨਾ ਉਹਨਾਂ ਯੂਨੀਵਰਸਿਟੀਜ਼ ਨੂੰ, ਬਾਰਕਲੇਜ਼ ਨੂੰ, ਜਿੰਨੀਆਂ ਵੀ ਟੌਪ ਯੂਨੀਵਰਸਿਟੀਜ਼ ਹੈਗੀਆਂ, ਅਸੀਂ ਕਿਉਂ ਨਾ ਉਹਨਾਂ ਨਾਲ ਟਾਈ ਅਪ ਕਰ ਲਈਏ। ਮਤਲਬ ਦੈਟ ਵਿਲ ਬੀ ਲਿਟਲ ਲੇਟਰ ਸਟੇਜ, ਬਟ ਅਸੀਂ ਆਪਣਾ ਘਰ ਦੀ ਕਰੈਕਸ਼ਨ ਤਾਂ ਕਰ ਲਈਏ। ਹਾਂ, ਬਿਕੋਜ਼ ਅਸੀਂ ਜਿਹੜੇ ਅੱਛਾ ਜੀ, ਸਾਡਾ ਬੱਚਾ ਉੱਥੇ ਜਾ ਕੇ ਕਾਬਿਲ ਬਣਾਉਣਾ ਪਏਗਾ, ਸਾਨੂੰ ਉਹਨੂੰ ਕਾਬਿਲ ਬਣਾਉਣਾ ਪਊਗਾ, ਉਹਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਡਿਮਾਂਡ ਹੋਵੇ। ਹਾਂ, ਉਹ ਬੜਾ ਅਫਸੋਸ ਹੁੰਦਾ ਹੈ ਕਿ ਜ਼ਿਆਦਾ ਟਰੱਕ ਡਰਾਈਵਰ, ਕੈਬ ਡਰਾਈਵਰ ਅਸੀਂ ਉੱਥੇ ਉਹਦੀ ਡਿਮਾਂਡ ਹੋਵੇ।
ਅੱਛਾ ਹੁਣ ਸਾਡਾ ਬੱਚਾ ਉੱਥੇ ਜਾ ਕੇ ਜਦੋਂ ਪੜ੍ਹਦਾ ਮਤਲਬ ਉਹਦੇ ਵਿੱਚ ਉਹ 25 ਲੱਖ 30 ਲੱਖ 40 ਲੱਖ ਜੇ ਸਾਡੀ ਇੱਥੇ 2 ਲੱਖ ਵੀ ਲੱਗ ਜਾਵੇ 3 ਲੱਖ ਵੀ ਲੱਗ ਜਾਵੇ ਅਸੀਂ ਕਿਉਂ ਨਹੀਂ ਕਰ ਸਕਦੇ। ਅਸੀਂ ਉਹਨਾਂ ਦੇ ਜਿਹੜੇ ਚੰਗੇ ਕੋਰਸਿਸ ਹੈਗੇ ਆ, ਜੇ ਚੰਗੇ ਕੋਈ ਐਜੂਕੇਸ਼ਨਿਸਟ ਹੈਗੇ ਆ, ਜੇ ਉਹਨਾਂ ਦੀ ਸਲਾਹ ਵੀ ਲੈਣੀ ਪਵੇ, ਮੈਨੂੰ ਲੱਗਦਾ ਕਿ ਜਿਹੜਾ ਡਾਕਟਰ ਆ ਤੇ ਜਿਹੜਾ ਐਜੂਕੇਸ਼ਨਿਸਟ ਆ ਉਹ ਜਿੱਦਾਂ ਦਾ ਜਿਹੜੀ ਟੌਪ ਦਾ ਜਿੰਨੇ ਦਾ ਵੀ ਮਿਲਦਾ ਹੋਵੇ ਸਾਨੂੰ ਲੈ ਲੈਣਾ ਚਾਹੀਦਾ ਜੀ। ਇਹ ਦਿਲ ਤੇ ਕਰਦਾ ਕਿ ਸਰਕਾਰਾਂ ਇਹੋ ਜਿਹੀਆਂ ਜਿੱਥੇ ਸਾਰੇ ਬੈਠ ਕੇ ਇੱਕ ਦੂਜੇ ਨੇ ਆਈਡੀਆਜ਼ ਲੈ ਕੇ ਗੱਲ ਲੱਗੇ ਚੱਲਣ, ਬਟ ਚਲੋ ਹੁਣ ਸਮਾਂ ਘੱਟ ਹੈ ਜਿਨ੍ਹਾਂ ਤੁਸੀਂ ਚੇਂਜਸ ਲਿਆ ਕੇ। ਐਂਡ ਆਈ ਥਿੰਕ ਮੈਂ ਆਪਣੇ ਦਰਸ਼ਕਾਂ ਵੱਲੋਂ ਔਰ ਸਾਰਿਆਂ ਵੱਲੋਂ ਜਿਹੜਾ ਪੰਜਾਬੀ ਆ ਤੁਸੀਂ ਕੰਪਲਸਰੀ ਕੀਤਾ ਉਹਦੇ ਵਾਸਤੇ ਆਈ ਥਿੰਕ ਸਭ ਤੋਂ ਜ਼ਿਆਦਾ ਧੰਨਵਾਦ ਕਰਾਂਗੇ, ਕਿਉਂਕਿ ਉਹ ਜਿਹੜਾ ਮਿਆਰ ਗਿਰਦਾ ਸੀ ਉਹ ਸਭ ਨੂੰ ਬਹੁਤ ਚੁੱਭਦਾ ਸੀਗਾ। ਸੋ ਉਹਦੇ ਲਈ ਤਾਂ ਸਪੈਸ਼ਲ ਧੰਨਵਾਦ। ਸੱਚੀ ਗੱਲ ਹੈ ਨਿਮਰਤ ਜੀ, ਜਿੱਦਣ ਦਾ ਮੈਂ ਇਹ ਸੋਚਣ ਲੱਗਿਆ ਮੈਂ ਆਪ ਖੁਦ ਪੰਜਾਬੀ ਦੇ ਕਈ ਲਫ਼ਜ਼ ਇੰਪਰੂਵ ਕਰ ਲਏ। ਨਹੀਂ ਤਾਂ ਆਪਾਂ ਸਾਰੇ ਮਿਕਸ ਜਿਹੇ ਬੋਲਣ ਲੱਗ ਪਏ। ਬਿਲਕੁਲ ਬਿਲਕੁਲ ਆਪਾਂ ਸਾਰੇ ਹੀ ਨਾ ਕਿਤੇ ਤੁਸੀਂ ਦੇਖੋਗੇ ਤੇ ਉਹਦਾ ਪੰਜਾਬੀ ਦਾ ਵਰਡ ਕਈ ਵਾਰੀ ਲੱਭਣਾ ਔਖਾ ਹੋ ਜਾਂਦਾ, ਪਰ ਜਦੋਂ ਤੁਸੀਂ ਉਹਨੂੰ ਹੌਲੀ ਲੱਭੋ ਤਾਂ ਹੌਲੀ ਮਿਲ ਜਾਂਦਾ ਹੈ, ਅਸੀਂ ਲੇਜ਼ੀ ਹੋ ਜਾਂਦੇ ਹਾਂ ਕਿ ਵੀ ਆਲਸੀ ਹੋ ਜਾਂਦੇ ਹਾਂ। ਪੰਜਾਬੀ ਯੂਨੀਵਰਸਿਟੀ ਨਾਲ ਅਸੀਂ MOU ਸਾਈਨ ਕਰ ਰਹੇ ਹਾਂ ਤਾਂ ਕਿ ਉਹਨਾਂ ਦਾ ਜਿੰਨਾ ਵੀ ਅਸੀਂ ਟੈਕਨੋਲੋਜੀਕਲ ਫਾਇਦਾ ਲੈ ਕੇ ਅਸੀਂ ਉਹਨੂੰ ਆਪਣੇ ਦਫ਼ਤਰਾਂ ਤੱਕ ਕਿਉਂਕਿ ਦਫ਼ਤਰ ਦੇ ਵਿੱਚ ਵੀ ਦੇਖੋ ਬਾਬੂ ਨੂੰ ਥੋੜ੍ਹਾ ਜਿਹਾ ਸੌਖਾ ਹੋਣਾ ਚਾਹੀਦਾ, ਉਹਦੇ ਕੋਲ ਉਹੋ ਜਿਹਾ ਜਿਹੜਾ ਫੌਂਟ ਉਹੋ ਜਿਹਾ ਸਾਰਾ ਕੁਝ ਸਿਸਟਮ ਇਨ ਪਲੇਸ ਹੋਣਾ ਚਾਹੀਦਾ। ਪੰਜਾਬੀ ਨੂੰ ਵੈਸੇ ਬਣਾਇਆ ਵੀ ਹੋਇਆ ਹੈ, ਉਹਦੇ ਨਾਲ ਹੋਊਗਾ ਕਿ ਪੰਜਾਬੀ ਦਾ ਵੈਸੇ ਵੀ ਜਿਹੜਾ ਕਿਤੇ ਨਾ ਕਿਤੇ ਐਕਸਪੈਂਸ਼ਨ ਹੋਊਗੀ। ਔਰ ਮੇਰਾ ਤੇ ਇੱਥੋਂ ਤੱਕ ਵੀ ਹੈਗਾ ਕਿ ਜਿਹੜੀਆਂ ਪੰਜਾਬ ਦੀਆਂ ਜੱਜਮੈਂਟਸ ਹੈਗੀਆਂ ਕੋਰਟਾਂ ਦੀਆਂ ਉਹ ਪੰਜਾਬੀ 'ਚ ਕਿਉਂ ਨਹੀਂ ਆਉਂਦੀਆਂ। ਸਾਡੇ ਆਮ ਬੰਦੇ ਨੂੰ ਪੜ੍ਹਨੀ ਨਹੀਂ ਆਉਂਦੀ। ਆਮ ਬੰਦਾ ਕਈ ਵਾਰੀ ਉਹਨੂੰ ਜਿਹੜੇ ਪ੍ਰੋਫੈਸ਼ਨਲ ਬੰਦੇ ਹੈਗੇ ਉਹਨੂੰ ਹੋਰ ਪਾਸੇ ਨੂੰ ਘੁਮਾ ਲੈਂਦੇ ਆ। ਸੋ ਇਹ ਸਾਰੀਆਂ ਜੇ ਅਸੀਂ ਆਪਣੀ ਜ਼ੁਬਾਨ ਦੇ ਵਿੱਚ ਕਰ ਲਈਏ ਦੁਨੀਆ ਤੇ ਹੈਗਾ, ਇਹ ਕੋਈ ਆਪਾਂ ਕੋਈ ਨਵੀਂ ਗੱਲ ਨਹੀਂ ਕਰਨ ਲੱਗੇ। ਨਹੀਂ ਬਿਲਕੁਲ ਸਾਊਥ ਸਟੇਟਸ ਜਾਓ ਉੱਥੇ ਸਾਊਥ ਦੀਆਂ ਸਟੇਟਸ ਕਿੰਨਾ ਆਪਣਾ ਤੇ ਫਿਰ ਸਾਨੂੰ ਇਹਦੇ ਵਿੱਚ ਸਾਡੇ ਪਤਾ ਨਹੀਂ ਇੱਕ ਸਿਸਟਮ ਵਿੱਚ ਸ਼ਰਮ ਆ ਗਈ ਸੀ ਜਿਹੜੀ ਕਿ ਪੰਜਾਬੀ ਬੋਲਣ ਵਾਲਾ ਪੰਜਾਬੀ ਉਹਦੀ ਜਿਹੜੀ ਸ਼ਰਮ ਆ ਗਈ ਸੀ ਮੇਬੀ ਕਿੱਥੇ ਫਿਲਮਾਂ ਦਾ ਵੀ ਉਹਦੇ ਵਿੱਚ ਰੋਲ ਰਿਹਾ ਹੈ ਕਿ ਸਾਡੇ ਕਿਰਦਾਰ ਬਹੁਤ ਜ਼ਿਆਦਾ ਪੰਜਾਬੀ ਦੀ ਪ੍ਰੋਬਲਮ ਕਿੱਥੇ ਆ ਉਹਨਾਂ ਕਿਸੇ ਵੀ ਚੀਜ਼ ਉਹਨੂੰ ਐ ਲੱਗਦਾ ਭੱਜ ਪੈਂਦਾ ਮਗਰੇ। ਅੱਛਾ ਉਹਦੇ ਵਿੱਚ ਵੀ ਚਲੋ ਕਈ ਸਮੱਸਿਆ ਵੀ ਆਈਆਂ ਸਾਡੀਆਂ, ਕਈ ਜੈਨੇਟਿਕਸ ਪ੍ਰੋਬਲਮਸ ਵੀ ਹੈਗੀਆਂ ਸਾਡੀਆਂ, ਕਈ ਆਪਣੀਆਂ ਪ੍ਰੋਬਲਮ ਵੀ ਹੈਗੀਆਂ ਜਿਹੜੀਆਂ ਸਾਨੂੰ ਹੌਲੀ ਹੌਲੀ ਦੂਰ ਕਰਨੀਆਂ ਪੈਣਗੀਆਂ। ਇਹ ਇਕੱਲੀ ਜ਼ੁਬਾਨ ਨਾਲ ਹੀ ਨਹੀਂ ਠੀਕ ਹੋਣੀਆਂ, ਸਾਡੇ ਐਕਟ ਵੀ ਠੀਕ ਹੋਣੇ ਚਾਹੀਦੇ ਆ। ਅਸੀਂ ਆਏ ਤਾਂ ਸਕੂਲ ਦਾ ਦੌਰਾ ਕਰੇ ਸੀਗੇ, ਗੱਲਾਂ ਦੂਜੇ ਤੋਂ ਚੱਲ ਗਏ। ਸੋ ਇਸ ਇੰਟਰਵਿਊ ਨੂੰ 2 ਭਾਗਾਂ 'ਚ ਵੰਡ ਲੈਂਦੇ ਹਾਂ ਤੇ ਹੁਣ ਅਸੀਂ ਆਪਣੇ ਸਕੂਲ ਦਾ ਦੌਰਾ ਸ਼ੁਰੂ ਕਰਦੇ ਜਿਹੜੇ ਸਮਾਰਟ ਸਕੂਲ ਅਸੀਂ ਆਏ ਹਾਂ।